ਸਰਦਾਰ ਹਮੀਤ ਸਿੰਘ ਜੀ, ਜਿਹੜਾ ਸਵਾਲ ਮੈਂ ਆਲਰੇਡੀ ਕਰ ਰਿਹਾ ਉਹ ਇਹ ਹੈ ਕਿ ਸੁਖਪਾਲ ਸਿੰਘ ਖਹਿਰਾ ਵੀ ਟਾਈਮ ਟੈਸਟਡ ਨੇ। ਆਪਾਂ ਇਹਨਾਂ ਨੂੰ ਜਦੋਂ ਪਹਿਲੀ ਵਾਰੀ ਦੇਖਦੇ ਹਾਂ ਕਿ ਇੱਕ ਟਵੀਟ ਦੇ ਉੱਤੇ ਐਲਓਪੀ ਦਾ ਅਹੁਦਾ ਇਹਨਾਂ ਤੋਂ ਵਾਪਸ ਲੈ ਲਿਆ ਜਾਂਦਾ ਔਰ ਉਸ ਤੋਂ ਬਾਅਦ ਇਹਨਾਂ ਨੂੰ ਲੋਕਾਂ ਦਾ ਭਰਵਾਂ ਸਮਰਥਨ ਮਿਲਿਆ। ਪੰਜਾਬ ਦੇ ਵਿੱਚ ਇੱਕ ਲਹਿਰ ਬਣ ਗਈ ਸੁਖਪਾਲ ਸਿੰਘ ਖਹਿਰਾ ਦੇ ਹੱਕ 'ਚ ਔਰ ਹਜ਼ਾਰਾਂ ਦੀ ਤਾਦਾਦ ਦੇ ਵਿੱਚ ਲੋਕ ਬਠਿੰਡੇ 'ਚ ਇਕੱਠੇ ਹੋ ਗਏ ਔਰ ਉਹਨਾਂ ਨੂੰ ਕੋਈ ਇਹਨਾਂ ਨੇ ਬੱਸਾਂ ਨਹੀਂ ਸੀ ਦਿੱਤੀਆਂ, ਆਪ ਮੁਹਾਰੇ ਆਏ ਸੀ। ਲੇਕਿਨ ਉਸ ਤੋਂ ਬਾਅਦ ਕੋਈ ਪ੍ਰਭਾਵ ਨਹੀਂ ਛੱਡ ਸਕੇ ਖਹਿਰਾ। ਉਸ ਤੋਂ ਬਾਅਦ ਪਾਰਲੀਮਾਨੀ ਇਲੈਕਸ਼ਨ ਆਈ ਸੀਗੀ, ਉਹਦੇ ਵਿੱਚ ਇਹ ਬਠਿੰਡਿਓਂ ਲੜੇ। ਇਹਨਾਂ ਨੇ ਬੀਬੀ ਖਾਲੜਾ ਨੂੰ ਸਮਰਥਨ ਦਿੱਤਾ ਔਰ ਉਹਨਾਂ ਨੂੰ ਉੱਥੋਂ ਖੜਾ ਕੀਤਾ ਖਡੂਰ ਸਾਹਿਬ ਤੋਂ। ਪਰ ਬਹੁਤ ਸਾਰੇ ਜਿਹੜੇ ਫਲੈਕਚੁਏਟ ਕਰਨਾ ਪੋਲਿਟਿਕਸ ਵਿੱਚ ਨਿੱਠ ਕੇ ਨਾ ਖੜ ਸਕਣਾ, ਇਹ ਵੀ ਇਹਨਾਂ ਤੇ ਆਉਂਦੇ। ਸੋ ਜਿਹੜੀਆਂ ਗਲਤੀਆਂ ਮੌਜੂਦਾ ਰਜੀਮ ਕਰ ਰਹੀ ਆ, ਜਿਹੜੀਆਂ ਗਲਤੀਆਂ ਭਗਵੰਤ ਮਾਨ ਸਾਹਿਬ ਦੀ ਅਗਵਾਈ ਵਾਲਾ ਢਾਂਚਾ ਕਰ ਰਿਹਾ, ਇਹਦੇ ਵਿੱਚ ਇਸ ਖਲਾ ਨੂੰ ਭਰਨਾ ਅਜੇ ਵੀ ਕਿਤੇ ਦੂਰ ਦੀ ਕੌਡੀ ਲੱਗ ਰਿਹਾ ਜਾਂ ਲੋਕਾਂ ਦੀ ਧਾਰਾ ਵਹਾ ਕੇ ਕਿਸੇ ਨੂੰ ਲੀਡਰ ਵੀ ਵੱਡਾ ਬਣਾ ਦਿੰਦੀ ਹੈ ਜੀ। ਅਸਲ 'ਚ ਮੈਨੂੰ ਲੱਗਦਾ ਸਾਡੀ ਸਾਰੀ ਡਿਬੇਟ ਜਾਂ ਡਿਬੇਟਾਂ ਜਿਹੜੀਆਂ ਕੰਟਰੀ 'ਚ ਹੋ ਰਹੀਆਂ ਨੇ ਨਾ, ਉਹ ਇਲੈਕਸ਼ਨ ਔਰ ਇਲੈਕਸ਼ਨ 'ਚ ਜਿੱਤਣਾ ਜਾਂ ਹਾਰਨ ਤੱਕ ਸੀਮਤ ਹੋ ਗਈਆਂ ਨੇ। ਮਾਮਲਾ ਐਡਾ ਸੌਖਾ ਤੇ ਐਡਾ ਛੋਟਾ ਨਹੀਂ ਹੈ ਮੇਰੇ ਖਿਆਲ। ਮਾਮਲਾ ਉਦੋਂ ਕਾਫੀ ਵੱਡਾ ਹੈ ਤੇ ਪੰਜਾਬ ਜਿਸ ਐਗਜ਼ਿਸਟੈਂਸ ਦੀ ਲੜਾਈ ਲੜ ਰਿਹਾ ਹੈ, ਜਿਸ ਹੋਂਦ ਦੀ ਲੜਾਈ ਲੜ ਰਿਹਾ ਹੈ, ਇਹ ਇਲੈਕਸ਼ਨ ਇੱਕ ਦੋ ਹੋਰ ਹੋ ਜਾਣਗੀਆਂ, ਆ ਜਾਣਗੇ। ਅਸੀਂ ਕਹਿੰਦੇ 36 ਤੱਕ ਪਾਣੀ ਖਤਮ ਹੋ ਰਿਹਾ ਹੈ, ਐਗਰੀਕਲਚਰ ਤਬਾਹ ਹੋ ਰਹੀ ਹੈ, ਫੋਰਸਡ ਮਾਈਗ੍ਰੇਸ਼ਨ ਹੋ ਰਹੀ ਹੈ, ਡਰੱਗ ਨਾਲ ਬੰਦੇ ਮਰ ਰਹੇ ਨੇ ਉਸ ਪੱਧਰ ਦੇ ਉੱਤੇ ਜਾ ਕੇ। ਫਾਰਮਰ ਤੇ ਮਜ਼ਦੂਰ ਦੀ ਸੁਸਾਈਡ ਦਾ ਮੁੱਦਾ ਪਰਦੇ ਤੋਂ ਦੂਰ ਹੈ, ਕੋਈ ਉਹਦੇ ਤੇ ਚਰਚਾ ਕਰਨ ਲਈ ਤਿਆਰ ਨਹੀਂ। ਲਗਭਗ 1 ਕਰੋੜ ਬੰਦਾ ਆਬਾਦੀ ਜਿਹੜੇ ਨੇ ਉਹ ਮਨਰੇਗਾ 'ਚ ਦਿਹਾੜੀ ਭਾਲਦੀ ਹੈ, ਕੋਈ ਦਿਹਾੜੀ ਦੇ ਮੁੱਦੇ ਤੇ ਗੱਲ ਕਰਨ ਲਈ ਤਿਆਰ ਨਹੀਂ ਹੈ। ਸਾਡੇ ਜਿਹੜੇ ਬੇਸਿਕ ਲੋਕਾਂ ਦੀ ਐਗਜ਼ਿਸਟੈਂਸ ਦੇ ਮੁੱਦੇ ਨੇ ਨਾ, ਪੰਜਾਬ ਦੀ ਐਗਜ਼ਿਸਟੈਂਸ ਉਹਦੇ ਨਾਲ ਤੇ ਲੋਕਾਂ ਦੀ ਐਗਜ਼ਿਸਟੈਂਸ ਜੁੜੀ ਹੋਈ ਹੈ, ਹੋਂਦ ਜੁੜੀ ਹੋਈ ਹੈ। ਉਹ ਹੋਂਦ ਦਾ ਏਜੰਡਾ ਕਿੱਥੇ ਹੈ? ਵਿਦਆਊਟ ਏਜੰਡੇ ਆ ਜਾਊਗਾ ਕੋਈ ਵੀ ਆ ਜਾਏ, ਕਿਸੇ ਨੂੰ ਵੋਟਾਂ ਪੈ ਜਾਣਗੀਆਂ ਇੱਕ ਵਾਰ, ਜਿਵੇਂ ਆਮ ਆਦਮੀ ਪਾਰਟੀ ਨੂੰ ਪਾਤੀਆਂ, ਗਰੰਟੀਆਂ ਦੇਤੀਆਂ ਜੀ, ਮੁਫਤ ਬਿਜਲੀ ਫਲਾਨਾ ਆਲਮ ਗਲਮ ਜਿਹਾ ਕਰਕੇ, ਇਹੋ ਜਿਹਾ ਸਗੂਫਾ ਕੋਈ ਵੀ ਲਿਜਾ ਕੇ ਇੱਕ ਵਾਰ ਫਿਰ ਸਰਕਾਰ ਬਣ ਜਾਊਗੀ। ਕੀ ਇਹ ਪੰਜਾਬ ਦੇ ਫਿਊਚਰ ਦੀ ਗਰੰਟੀ ਹੈ? ਕੀ ਇਹ ਪੰਜਾਬ ਨੂੰ ਉਹ ਪੈਰਾਡਾਈਮ ਸ਼ਿਫਟ ਵਰਗੀ ਲੀਡਰਸ਼ਿਪ ਦੇਊਗੀ? ਅਸਲ 'ਚ ਉਹ ਬੌਧਿਕ ਪੱਧਰ ਤੇ ਪਹਿਲਾਂ ਸਿਰ ਜੋੜ ਕੇ ਪਹਿਲਾਂ ਸਰਕਾਰ ਬਣਾਉਣਾ ਇੰਪੋਰਟੈਂਟ ਨਹੀਂ ਹੈ ਪੰਜਾਬ ਲਈ। ਸਰਕਾਰ ਤੀਜੇ ਬੰਦੇ ਦੀ ਵੀ ਬਣ ਜਾਏਗੀ, ਕਾਲੇ ਚੋਰ ਦੀ ਵੀ ਬਣ ਜਾਏਗੀ, ਜੇ ਸਿਟੀਜ਼ਨਰੀ ਜਿਹੜੀ ਸਾਡੀ ਹੈ, ਸਿਵਲ ਸੁਸਾਇਟੀ ਜਿਹੜੀ ਸਾਡੀ ਹੈ, ਸਾਡੇ ਲੋਕ ਨੇ, ਉਹ ਪੋਲੀਟੀਕਲੀ ਡੈਮੋਕ੍ਰੇਟਾਈਜੇਸ਼ਨ ਨੂੰ ਸਮਝਣਗੇ, ਲੋਕਤੰਤਰ ਨੂੰ ਸਮਝ ਕੇ ਉਹਨਾਂ ਦੇ ਜਵਾਬਦੇਹ ਬਣ ਕੇ ਉਹਨਾਂ ਦੇ ਗਲਤ ਸਾਫਾ ਪਾਉਣ ਜੋਗੇ ਹੋਣਗੇ, ਤਾਂ ਉਹੀ ਰਾਜਨੀਤੀ ਉਧਰ ਨੂੰ ਤੁਰ ਪਏਗੀ। ਉਹੀ ਰਾਜਨੀਤੀ ਲਈ ਮਜਬੂਰ ਹੋ ਜਾਣਗੇ, ਚਾਹੇ ਉਹ ਭਗਵੰਤ ਮਾਨ ਹੀ ਕਿਉਂ ਨਾ ਬੈਠਾ ਹੋਵੇ, ਚਾਹੇ ਉਹ ਸੁਖਪਾਲ ਖਹਿਰਾ ਜਾਂ ਜਿਹੜਾ ਮਰਜੀ। ਇਸ ਲਈ ਬੁਨਿਆਦੀ ਕੁਐਸਚਨ ਜਿਹੜਾ ਸੜਕ ਦੀ ਸਿਆਸਤ ਜਿਹੜੀ ਗਾਇਬ ਹੋ ਗਈ, ਦੁਬਾਰੇ ਸੜਕ ਤੇ ਲਿਆਉਣ ਦੀ ਹੈ, ਲੋਕਾਂ ਨੂੰ ਇਨਵੋਲਵ ਕਰਨ ਦੀ ਹੈ। ਏਜੰਡਾ ਕੀ ਹੈ? ਏਜੰਡਾ ਫੈਡਰਲ ਸਟਰਕਚਰ ਤੇ ਕੋਈ ਲੜਾਈ ਲੜਨ ਵਾਲੀ ਧਿਰ ਪੰਜਾਬ 'ਚ ਹੈ ਜਿਹੜੀ ਅੱਗੇ ਚੱਲ ਰਹੀ ਹੋਵੇ, ਜਿਹੜੀ ਕੰਟਰੀ ਨੂੰ ਇਕਜੁੱਟ ਕਰਨ ਦੀ ਟਰਾਈ ਕਰਦੀ ਹੋਵੇ, ਜਿਹੜੀ ਹਿੰਦੂਤਵ ਦੇ ਮੁਕਾਬਲੇ ਜੇ ਇੱਕੋ ਇੱਕ ਸਲੋਗਨ ਹੈ ਜਿਹੜਾ ਸਟਰਕਚਰ ਦੇ ਵਿੱਚ ਹੋ ਸਕਦਾ, ਉਹ ਫੈਡਰਲ ਸਟਰਕਚਰ ਹੈ। ਜੇ ਉਸ ਪੋਲਿਟਿਕਸ ਨੂੰ ਭਾਂਜ ਦੇਣੀ ਆ ਉਸ ਲੈਵਲ ਤੇ, ਕਾਰਪੋਰੇਟ ਡਿਵੈਲਪਮੈਂਟ ਦੇ ਮਾਡਲ ਨੂੰ ਚੈਲੰਜ ਕਰਨ ਵਾਲੀ ਕੋਈ ਫਿਲਾਸਫੀ, ਕੋਈ ਪਾਰਟੀ, ਕੋਈ ਧਿਰ ਹੈ ਕੰਟਰੀ 'ਚ? ਜਾਂ ਇੱਥੇ ਜਿਹੜਾ ਕਹਿ ਰਿਹਾ ਕਿ ਫਰੇਟ ਕੋਰੀਡੋਰ ਬਣ ਰਹੇ ਨੇ, ਆਉਣ ਵਾਲੇ ਦਿਨਾਂ ਦੇ ਵਿੱਚ ਸਾਰਾ ਪੰਜਾਬ ਦੀ ਫੂਡ ਮਾਰਕੀਟ ਕੈਪਚਰ ਕਰਨ ਦਾ ਇਰਾਦਾ ਅਗਲੇ 5-7 ਸਾਲਾਂ ਦੇ ਵਿੱਚ, ਜੇ ਉਹ ਚਲੀ ਗਈ, ਉਹਦਾ ਕੋਈ ਗੱਲ ਹੈ? ਚਾਹੇ ਉਹ ਖਹਿਰਾ ਹੋਵੇ, ਜਿਹੜਾ ਮਰਜ਼ੀ ਲੀਡਰ ਹੋਵੇ। ਇਸ ਲਈ ਵੱਡੀ ਗੱਲ ਪਹਿਲਾਂ ਇਹ ਹੈ, ਦਲੇਰੀ ਖੜਨਾ। ਇੱਕ ਸੁਖਪਾਲ ਸਿੰਘ ਖਹਿਰਾ ਦੀ ਇੱਕ ਦਲੇਰੀ ਹੈ, ਉੱਤੇ ਆਪਾਂ ਗੱਲ ਕਰ ਚੁੱਕੇ ਹਾਂ, ਕੰਟੀਨਿਊ ਗੱਲ ਕਰ ਰਹੇ ਨੇ। ਉਹੋ ਜਿਹਾ ਵੀ ਜਦੋਂ ਕੋਈ ਬੰਦਾ ਨਹੀਂ ਹੁੰਦਾ ਤਾਂ ਲਾਜ਼ਮੀ ਉਹਦਾ ਰਿਗਾਰਡ ਹੋਣਾ ਤੇ ਉਹਦਾ ਸਨਮਾਨ ਹੋਣਾ, ਜਿੰਨਾ ਵੀ ਕੋਈ ਬੰਦਾ ਬੋਲਦਾ। ਪਰ ਪੰਜਾਬ ਨੂੰ ਉਦੋਂ ਅਗਾਂਹ ਦੀ ਸੋਚ ਚਾਹੀਦੀ ਹੈ, ਅਗਾਂਹ ਦੀ ਲੀਡਰਸ਼ਿਪ ਚਾਹੀਦੀ ਹੈ, ਇੱਕ ਮਿਨੀਮਮ ਏਜੰਡੇ ਤੇ ਘੱਟੋ ਘੱਟ ਸਹਿਮਤੀ ਚਾਹੀਦੀ ਹੈ। ਪੰਜਾਬ ਫੈਡਰਲ ਸਟਰਕਚਰ ਦਾ ਸਵਾਲ, ਅਸੀਂ ਸੈਂਟਰਲਾਈਜ਼ਡ ਹਾਂ। ਸੈਂਟਰਲਾਈਜ਼ਡ ਦੇ ਮਾਮਲੇ ਸਾਡੀਆਂ ਸਾਰੀਆਂ ਪਾਰਟੀਆਂ ਸੈਂਟਰਲਾਈਜ਼ਡ ਨੇ, ਸਾਡੀਆਂ ਯੂਨੀਅਨਾਂ ਸੈਂਟਰਲਾਈਜ਼ਡ ਨੇ, ਪ੍ਰਧਾਨਗੀਆਂ ਛੱਡਣ ਲਈ ਤਿਆਰ ਨਹੀਂ, ਲੋਕਾਂ ਦੀ ਡੈਮੋਕ੍ਰੇਟਾਈਜੇਸ਼ਨ ਲਈ ਤਿਆਰ ਨਹੀਂ। 73rd ਅਮੈਂਡਮੈਂਟ, 74th ਅਮੈਂਡਮੈਂਟ, 30 ਸਾਲ ਹੋ ਗਏ, ਅਸੀਂ ਪਾਵਰ ਡੀਸੈਂਟਰਲਾਈਜ਼ ਕਰਨ ਲਈ ਤਿਆਰ ਨਹੀਂ ਆ। ਨੀਚੇ ਕਿਤੇ ਵੀ ਕਿਤੇ ਏਜੰਡਾ ਹੀ ਨਹੀਂ ਹੈ। ਕਿਸੇ ਇੰਟੈਲੈਕਚੁਅਲ ਸਪੇਸ 'ਚ ਇਹਦੇ ਤੇ ਡਿਸਕਸ਼ਨ ਹੋ ਰਹੀ ਹੋਵੇ, ਕਿਸੇ ਬਾਕੀ ਜਗ੍ਹਾ ਡਿਸਕਸ਼ਨ ਹੋ ਰਹੀ ਹੋਵੇ, ਸੱਥਾਂ 'ਚ ਡਿਸਕਸ਼ਨ ਹੋ ਰਹੀ ਹੋਵੇ। ਸਭ ਤੋਂ ਬੜਾ ਮਾਮਲਾ ਪੋਲਿਟਿਕਸ ਨਾਲੋਂ ਮੈਨੂੰ ਲੱਗਦਾ ਸਾਡੇ ਇੰਟੈਲੈਕਟ ਦੀ ਬੈਂਕਰਪਟਸੀ ਦਾ, ਪਬਲਿਕ ਇੰਟੈਲੈਕਚੁਅਲ ਦਾ ਸਪੇਸ ਤੋਂ ਗਾਇਬ ਹੋਣ ਦਾ। ਔਰ ਵੱਡੇ ਪੱਧਰ ਦੇ ਉੱਤੇ ਸਭ ਤੋਂ ਪਹਿਲੀ ਨੀਡ ਹੈ ਕਿ ਇੰਟੈਲੈਕਚੁਅਲ ਸਿਰ ਜੋੜ ਕੇ ਬੈਠੇ ਪੰਜਾਬ ਦਾ, ਉਹ ਏਜੰਡਾ ਸੈੱਟ ਕਰੇ ਪੰਜਾਬ ਦਾ ਕਿ ਏਜੰਡਾ ਆਏ। ਫੈਡਰਲਿਜ਼ਮ ਏਜੰਡਾ ਹੋ ਸਕਦਾ, ਡੀਸੈਂਟਰਲਾਈਜੇਸ਼ਨ ਏਜੰਡਾ ਹੋ ਸਕਦਾ, ਇੰਡੋ ਪਾਕ ਬਾਰਡਰ ਖੋਲਣ ਦਾ ਜਿਹੜੀ ਦੋਸਤੀ ਦਾ ਏਜੰਡਾ ਹੋ ਸਕਦਾ। ਉਹ ਏਜੰਡਾ ਜਿਹੜਾ ਮਿਨੀਮਮ ਇੱਕ ਏਜੰਡਾ 3-4 ਪੁਆਇੰਟਸ ਤੇ ਵੀ ਲੈ ਕੇ ਚੱਲਣਾ ਹੈ, ਉਹ ਏਜੰਡਾ ਰਨ ਕਰਨ ਵਾਲੀ ਪੋਲੀਟੀਕਲ ਧਿਰ ਸਾਡੇ ਕੋਲ ਨਹੀਂ ਹੈ। ਅਸੀਂ ਪੋਲਿਟਿਕਸ ਤੋਂ
ਗਾਇਬ ਹੋ ਗਏ ਆ, ਕੇਵਲ ਵੋਟ ਪ੍ਰਣਾਲੀ ਚ ਆ ਗਏ ਆ। ਪਰ ਡੈਮੋਕ੍ਰੇਸੀ ਦੋਨੇ ਧਿਰਾਂ ਦੀ ਬਰਾਬਰੀ ਨਾਲ ਚੱਲਦੀ ਹੈ। ਵੋਟ ਜ਼ਰੂਰੀ ਚੀਜ਼ ਹੈ, ਪਾਰਲੀਮੈਂਟਰੀ ਡੈਮੋਕ੍ਰੇਸੀ ਚੰਗੀ ਚੀਜ਼ ਹੈ, ਪਰ ਪਾਰਲੀਮੈਂਟਰੀ ਡੈਮੋਕ੍ਰੇਸੀ ਦੇ ਪਿੱਛੇ ਜੇ ਐਕਸਟਰਾ ਪਾਰਲੀਮੈਂਟਰੀ ਸਟਰਗਲ ਜ ਅੰਦੋਲਨ ਉਸ ਲੈਵਲ ਦੀ ਅਵੇਅਰ ਇੱਕ ਲੋਕ ਨਹੀਂ ਹੈ ਤਾਂ ਆਪਣੇ ਆਪ ਆਵਾਰਾ ਹੋ ਜਾਂਦੀ ਹੈ। ਲੋਹੀਆ ਦੀ ਵਾਂਗ, ਲੋਹੀਆ ਦਾ ਕੋਟ ਬਾਰ-ਬਾਰ ਕਈ ਵਾਰ ਕੀਤਾ, ਉਹ ਕਹਿੰਦਾ ਜਦੋਂ ਸੜਕਾਂ ਸੁੰਨੀਆਂ ਹੋ ਜਾਂਦੀਆਂ ਨੇ ਪਰ ਸੰਸਦ ਆਵਾਰਾ ਹੋ ਜਾਂਦੀ ਹੈ। ਸਾਡੇ ਮਾਮਲੇ 'ਚ ਉਹੀ ਗੱਲਾਂ ਹੋ ਰਹੀਆਂ ਨੇ ਪਾਰਲੀਮੈਂਟ ਤੇ ਵਿਧਾਨ ਸਭਾਵਾਂ ਦੇ ਵਿੱਚ। ਇਸ ਲਈ ਅਗਲਾ ਕੁਐਸਚਨ ਇਹ ਹੈ ਕਿ ਪਹਿਲੀ ਗੱਲ ਨਾਲ ਲੈ ਕੇ ਚੱਲਣਾ। ਸਾਡੇ ਕੋਲ ਮਨਪ੍ਰੀਤ ਬਾਦਲ ਆਇਆ, ਭਗਤ ਸਿੰਘ ਦੀ ਮਿੱਟੀ ਦੀ ਸਹੁੰ ਖਾਧੀ ਸੀ, ਲੱਖਾਂ ਬੰਦਾ ਆਇਆ ਸੀ ਇੱਥੇ, ਭਗਵੰਤ ਮਾਨ ਨਾਲ ਹੀ ਸੀ ਉਹਦਾ ਸਹਾਇਕ ਦੇ ਤੌਰ ਤੇ, ਉਦੋਂ ਖਟਖੜ ਕਰਨਾ, ਮਿੱਟੀ ਚੁੱਕੀ, ਇੱਕ ਇਲੈਕਸ਼ਨ 'ਚ ਹਾਰ ਕੇ ਦਿਲ ਛੱਡ ਕੇ ਬਹਿ ਗਏ। ਇਹੋ ਜਿਹੇ ਸੈਨਾਪਤੀ ਲੋਕਾਂ ਨੂੰ ਲਿਜਾਂਦੇ ਨੇ ਜਿਹੜੇ ਇੱਕ ਲੜਾਈ ਹਾਰ ਕੇ ਕੋਈ ਕਿਧਰੇ ਮਾਰਦਾ, ਕਿਉਂਕਿ ਉਹ ਫਿਰ ਆਪਣੀ ਬਣਤਰ ਦੇ ਵਾਸਤੇ ਹੈ, ਤੁਹਾਡਾ ਸੁਸਾਇਟੀ ਲਈ ਲੜਾਈ ਨਹੀਂ ਹੈ। ਨਾ ਭਗਤ ਸਿੰਘ ਦੀ ਸੋਚ, ਨਾ ਬਾਕੀ ਸੋਚ, ਜਿਹੜੀ ਮਰਜ਼ੀ ਲੈ ਕੇ ਚੱਲੋ। ਲੜਾਈ ਹਾਰਨਾ ਤੇ ਜਿੱਤਣਾ ਮੈਟਰ ਨਹੀਂ ਕਰਦਾ, ਤੁਹਾਡਾ ਅਕੀਦਾ, ਤੁਹਾਡੀ ਡਾਇਰੈਕਸ਼ਨ, ਤੁਹਾਡੀ ਸੋਚ ਤੇ ਤੁਹਾਡੀ ਪਹਿਰੇਦਾਰੀ ਜਿਹੜੀ ਹੈ ਉਹ ਸਭ ਤੋਂ ਇੰਪੋਰਟੈਂਟ ਚੀਜ਼ ਹੈ। ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜਾ ਖਲਾ ਹੈ, ਪੋਲੀਟੀਕਲ ਖਲਾ ਸਾਡੇ ਸਾਹਮਣੇ ਪੰਜਾਬ ਦੇ ਵਿੱਚ, ਉਹ ਨੰਬਰ 1 ਏਜੰਡੇ ਦਾ, ਨੰਬਰ 2 ਉਹਦੇ ਤੇ ਇੱਕ ਕਲੈਕਟਿਵ ਲੀਡਰਸ਼ਿਪ ਦਾ ਉਦਾਹਰਨ ਦਾ। ਸਿੰਗਲ ਲੀਡਰ ਕਿਧਰੋਂ ਆਏਗਾ ਜਾਂ ਇੱਕ ਚੋਂ ਅਸੀਂ ਕਹੀਏ ਫਲਾਨਾ ਲੀਡਰ, ਇਹ ਪੰਜਾਬ ਦੀ ਸਰਜ਼ਮੀਨ ਤੇ ਪੰਜਾਬ ਦੇ ਪਿਛੋਕੜ ਦੇ ਵਿੱਚ ਨਹੀਂ ਹੈ। ਸਾਡੇ ਪੰਚ ਪ੍ਰਧਾਨੀ ਦਾ, ਸਾਡੇ ਸੰਗਤੀਕਰਨ ਦਾ ਸਾਡੇ ਕੋਲ ਇੱਕ ਪੂਰਾ ਤਰੀਕਾ ਸੀ ਪਿਛਲਾ। ਈਵਨ ਪੰਥਕ ਸਿਆਸਤ ਦੇ ਵਿੱਚ ਵੀ ਸਾਡੇ ਕੋਲ ਇੱਕ ਬੈਲੈਂਸ ਸੀਗਾ। ਜਥੇਦਾਰ ਅਕਾਲ ਤਖਤ ਅਕਾਲੀ ਦਲ ਦਾ ਪ੍ਰਧਾਨ, ਸ਼੍ਰੋਮਣੀ ਕਮੇਟੀ ਦਾ ਪ੍ਰਧਾਨ, ਚੀਫ ਮਿਨਿਸਟਰ ਦੇ ਵਿੱਚ ਇਸ ਸਿਆਸਤ ਚੋਂ ਜਦੋਂ ਬੈਲੈਂਸ ਖੁੱਸਦਾ ਹੈ, ਜਦੋਂ ਸਿੰਗਲ ਲੀਡਰ ਤੋਂ ਅਸੀਂ ਤਵੱਕੋ ਰੱਖਦੇ ਹਾਂ ਜਾਂ ਉਹਦੇ ਤੇ ਕੇਂਦਰਿਤ ਕਰਦੇ ਹਾਂ, ਤਾਂ ਅਸੀਂ ਆਪਣੇ ਵਿਰਸੇ ਨਾਲ ਜੁੜ ਕੇ ਵੀ ਨਹੀਂ ਚੱਲਦੇ ਤੇ ਨਾ ਪੰਜਾਬ ਦੇ ਉਸ ਮਿਜਾਜ ਨੂੰ ਸਮਝਦੇ ਹੋਵਾਂਗੇ ਉਸ ਪੱਧਰ ਦੇ ਉੱਤੇ। ਇਹਨਾਂ ਵੱਡੇ ਲੀਡਰਜ਼ ਦੇ ਵਿੱਚ ਕਈ ਨਾਮ ਅਸੀਂ ਪਹਿਲਾਂ ਤੋਂ ਲਿਆ, ਜਗਮੀਤ ਬਰਾੜ ਹੈ, ਇਹ ਵੀਰ ਦਵਿੰਦਰ ਸਿੰਘ ਹੈ, ਇਹ ਮਨਪ੍ਰੀਤ ਬਾਦਲ ਹੈ, ਸੁਖਪਾਲ ਖਹਿਰਾ ਹੈ। ਜਦੋਂ ਬੈਰਮੈਨ ਸ਼ੋ ਹੋ ਜਾਏਗਾ, ਆਰਮੀ ਦਾ ਕੁਐਸਚਨ ਹੋ ਜਾਏਗਾ ਨਾ, ਟੀਮ ਲੀਡਰ ਨਹੀਂ ਹੋਏਗਾ, ਕਨਸੈਪਚੁਅਲੀ ਆਪਣੇ ਆਪ ਨੂੰ ਤੁਸੀਂ ਡੈਮੋਕ੍ਰੇਟਾਈਜ਼ ਨਹੀਂ ਕਰੋਗੇ ਤਾਂ ਉਹ ਫਿਊਚਰ ਦੀ ਲੀਡਰਸ਼ਿਪ ਔਖੀ ਹੋ ਜਾਂਦੀ ਹੈ। ਹਾਂ, ਕਿਸੇ ਨੇ ਤਾਂ ਉਹ ਭਰਨਾ ਹੀ ਹੈ, ਉਹ ਅਲੱਗ ਕੁਐਸਚਨ ਹੈ। ਇਸ ਲਈ ਇਹ ਲੋਕਾਂ ਦੀ, ਇੰਟੈਲੈਕਚੁਅਲ ਦੀ, ਸਿਵਲ ਸੁਸਾਇਟੀ ਦੀ ਓਡੀਓ ਵੱਡੀ ਜ਼ਿੰਮੇਵਾਰੀ ਹੈ ਜਿੱਡੀ ਤਵੱਕੋ ਅਸੀਂ ਕਿਸੇ ਪੋਲੀਟੀਕਲ ਧਿਰ ਤੋਂ ਰੱਖ ਰਹੇ ਹਾਂ। ਤੇ ਜੇ ਉਹ ਮੈਦਾਨ ਦੇ ਵਿੱਚ ਆਉਣਗੇ, ਏਜੰਡਾ ਸੈੱਟ ਕਰਨ ਦੇ ਲਈ ਚੱਲਣਗੇ, ਤਾਂ ਲਾਜ਼ਮੀ ਹੈ ਮੇਰੇ ਖਿਆਲ ਪੋਲਿਟਿਕਸ ਵੀ ਉਸ ਦਾਇਰੇ 'ਚ ਸੁਧਰੂਗੀ, ਉਸ ਪਾਸੇ ਵੱਲ ਜਾਏਗੀ। ਐਸਪੀ ਸਿੰਘ ਜੀ, ਇਹ ਏਜੰਡਾ ਸੈੱਟ ਕਰਤਾ ਸਰਦਾਰ ਹਰਮੀਤ ਸਿੰਘ ਜੀ ਨੇ ਅਗਲੀ ਗੱਲਬਾਤ ਲਈ। ਇਹ ਬਹੁਤ ਅਹਿਮ ਸਵਾਲ ਹੈ ਕਿ ਸਾਡੇ ਲੋਕ ਇੰਨੇ ਕੁ ਅਵੇਅਰ ਤਾਂ ਹੋਣ ਜਾਂ ਉਹ ਇੰਨੇ ਕੁ ਜ਼ਿਆਦਾ ਚੇਤਨ ਕਰਤੇ ਜਾਣ ਪੋਲੀਟੀਕਲੀ। ਹਾਲਾਂਕਿ ਜਿਹੜਾ ਕਿਸਾਨ ਅੰਦੋਲਨ ਸੀ ਉਹਨੇ ਚੇਤਨ ਕੀਤੇ, ਉਹਨਾਂ ਨੇ, ਲੋਕਾਂ ਨੇ ਪਠਾਨਕੋਟ ਤੋਂ ਲੈ ਕੇ ਅਬੋਹਰ ਤੱਕ ਇੱਕੋ ਜਿਹੀ ਸੋਚ ਨਾਲ ਵੋਟਾਂ ਪਾਈਆਂ, ਤਾਂ ਹੀ 92 ਮਤਲਬ ਰੱਦ ਕਰਨ ਦੀ ਪ੍ਰਵਿਰਤੀ ਨਾਲ। ਅੱਜ ਦੇ ਦਿਨ ਦੇ ਵਿੱਚ ਜੇ ਕਿਸੇ ਇੱਕ ਜਗ੍ਹਾ ਤੇ ਵੀ ਸੁਸਾਇਟੀ ਦੇ ਨਿਯਮ ਕੋਈ ਭੰਗ ਕਰਦਾ ਹੈ ਤੇ ਉਹਦੇ ਖਿਲਾਫ ਇੱਕ ਮੁਹਾਜ ਖੜਾ ਹੋ ਜੇ, ਲੋਕ ਇੰਨੇ ਚੇਤਨ ਹੋਣੇ ਚਾਹੀਦੇ ਕਿ ਕੋਈ ਜੁਰਤ ਹੀ ਨਾ ਕਰ ਸਕੇ, ਪਾਵਰ ਜਿਹਦੇ ਕੋਲ ਮਰਜ਼ੀ ਹੋਵੇ। ਐਸੀ ਸਥਿਤੀ ਲਈ, ਐਸੇ ਆਦਰਸ਼ਵਾਦ ਤਾਂ ਮੈਂ ਨਹੀਂ ਕਹੂੰਗਾ, ਐਸੀ ਸਥਿਤੀ ਲਈ ਸਰਦਾਰ ਹਰਮੀਤ ਸਿੰਘ ਜੀ ਗੱਲ ਕਰ ਰਹੇ ਆ ਕਿ ਜਦੋਂ ਹਰ ਬਸ਼ਰ ਤੱਕ ਘੱਟੋ ਘੱਟ 50% ਤੋਂ ਵੱਧ ਲੋਕ ਇੰਨੇ ਚੇਤਨ ਹੋ ਜਾਣਗੇ ਕਿ ਫਿਰ ਕੋਈ ਜ਼ਿਆਦਤੀ ਕਰਨ ਦੀ ਹਮਾਕਤ ਕਰ ਹੀ ਨਹੀਂ ਸਕੂਗਾ। ਲੇਕਿਨ ਉਸ ਤੋਂ ਪਹਿਲਾਂ ਜਦੋਂ ਪੂਰੇ ਦਾ ਪੂਰਾ ਸੀਨ ਖਾਲੀ ਹੈ, ਜਿਹਦੇ ਵਿੱਚ ਇੱਕ ਵੀ ਵਿਅਕਤੀ ਐਸਾ ਨਹੀਂ ਜਿਹਨੂੰ ਅਸੀਂ ਇਹ ਕਹਿ ਸਕੀਏ ਕਿ ਯਾਰ ਇਹਦੀ ਅਗਵਾਈ ਦੇ ਵਿੱਚ ਇਸ ਤਰ੍ਹਾਂ ਦਾ ਢਾਂਚਾ ਉਸਾਰ ਸਕਦੇ ਹਾਂ, ਤਾਂ ਐਸੇ ਸੀਨ ਦੇ ਵਿੱਚ ਅਸੀਂ ਸ਼ੁਰੂ ਕਿੱਥੋਂ ਕਰੀਏ? ਇਹ ਰੌਲੇ ਸਭ ਤੋਂ ਵੱਡੇ ਆ। ਇਸੇ ਕਰਕੇ ਜਦੋਂ ਕੋਈ ਮਾੜੀ ਮੋਟੀ ਵੀ ਹਿਲਜੁਲ ਹੁੰਦੀ ਆ, ਬੰਦੇ ਕਹਿੰਦੇ ਲਾ 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 ਕਰਕੇ ਵੀ ਫੜ ਲਓ ਜੀ, ਆ ਗਿਆ ਜੇ। ਔਰ ਤੁਸੀਂ ਸਮੇਂ-ਸਮੇਂ ਤੇ ਦੇਖੋ ਕਿ ਪੰਜਾਬੀ ਕਿੰਨੇ ਕੁ ਜ਼ਿਆਦਾ ਥੋੜੇ ਹੋਏ ਆ ਕਿ ਉਹ ਹਰ ਹੋਪ, ਹਰ ਆਸ ਲਈ ਆਸਵੰਦ ਰਹਿੰਦੇ ਆ। ਸੋ ਇਸ ਸੀਨ ਦੇ ਵਿੱਚ ਤੁਹਾਡਾ ਆਪਣਾ ਵਿਊ ਪੁਆਇੰਟ? ਮੈਨੂੰ ਲੱਗਦਾ ਮੈਂ ਬੜੇ ਸਾਲਾਂ ਤੋਂ ਤੇ ਕਈ ਦਿਨਾਂ ਤੋਂ ਇਸ ਮੁਸ਼ੱਕਤ ਵਿੱਚ ਸੀ ਕਿ ਜੋ ਬਿਆਨੀਆਂ ਪੰਜਾਬ ਦੇ ਵਿੱਚ ਬਣ ਰਿਹਾ ਹੈ, ਇਹਨੂੰ ਕਿਸ ਕਿਸਮ ਦੇ ਸਭ ਤੋਂ ਸੱਭਿਅਕ ਸੋਹਜ ਸ਼ਬਦਾਂ ਵਿੱਚ ਬਿਆਨ ਕਰਕੇ, ਤਸ਼ਕੀਲ ਕਰਕੇ, ਇਹਦੀ ਫਾਰਮੂਲੇਸ਼ਨ ਕਰਕੇ ਲੋਕਾਂ ਨੂੰ ਦੱਸਿਆ ਜਾਵੇ। ਪਰ ਇਹ ਤੁਸੀਂ ਆਪਣੇ ਸਵਾਲ ਦੇ ਵਿੱਚ ਇੰਨੀ ਜ਼ਿਆਦਾ ਮਦਦ ਕਰ ਦਿੱਤੀ ਹੈ ਕਿ ਸਾਡੀ ਸਾਰੀ ਕੌਮ, ਇਹ ਅਹਿਲੇ ਕਿਤਾਬ ਦੇ ਲੋਕ, ਸਾਡੀ ਹਜ਼ਾਰਾਂ ਸਾਲਾਂ ਪੁਰਾਣੀ ਸੰਸਕ੍ਰਿਤੀ ਤੇ ਅਸੀਂ ਸਿੰਧੂ ਧਰਤੀ ਦੇ ਸੱਭਿਅਤਾ ਤੇ ਜਾਏ, ਹੁਣ ਇਸ ਕਦਰ ਦੀ ਆਪਣੀ ਰਾਜਨੀਤਿਕ ਤੇ ਸਮਾਜਿਕ ਸੋਚ ਦੇ ਡਿਸਪਲੇ ਤੇ ਪਹੁੰਚ ਗਏ ਹਾਂ, ਜਿਸ ਦਾ ਨਾਮ ਹੈ ਲਾਲਾ 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 ਲਾਲਾ। ਇਹ ਜਿਹੜਾ ਬਿਆਨੀਆ ਪੰਜਾਬ ਨੇ ਬਣਾਇਆ ਹੈ ਕਿ ਜਿਹੜਾ ਵੀ ਉੱਠੇਗਾ ਅਸੀਂ ਲਾਲਾ ਲਾਲਾ ਕਰਕੇ ਉਹਦੇ ਨਾਲ ਤੁਰ ਪਾਵਾਂਗੇ ਜਾਂ ਫਿਰ ਲਾਲਾ ਲਾਲਾ ਕਰਕੇ ਉਹਦੇ ਗੱਲ ਪੈ ਜਾਵਾਂਗੇ।
ਬਸ ਇਸੇ ਨੇ ਪੰਜਾਬ ਦਾ ਸਤਿਆਨਾਸ਼ ਕੀਤਾ। ਅੱਜ ਸੁਖਪਾਲ ਖਹਿਰਾ ਗ੍ਰਿਫਤਾਰ ਹੋਏ ਨੇ, ਕੱਲ ਨੂੰ ਭਗਵੰਤ ਮਾਨ ਕੋਈ ਗੱਲ ਕਰ ਦੇਣਗੇ, ਪਰਸੋਂ ਅਕਾਲੀ ਦਲ ਕੁਝ ਬੋਲ ਦੇਗਾ ਤੇ ਫਿਰ ਉਹਦੀਆਂ ਸੁਰਖੀਆਂ ਛਪ ਜਾਣਗੀਆਂ। ਉਹ ਸਾਰੇ ਦੇ ਦੌਰਾਨ ਜਿਹੜਾ ਹਮੀਰ ਸਿੰਘ ਜੀ ਨੇ ਰੇਖਾਂਕਿਤ ਕੀਤਾ ਕਿ ਪੰਜਾਬ ਦੀ ਇੰਟੈਲੈਕਚੁਅਲ ਜ਼ਮੀਨ ਦੇ ਉੱਤੇ ਡਿਬੇਟ ਕਿਹਨਾਂ ਸ਼ਬਦਾਂ ਵਿੱਚ ਚੱਲੇਗਾ, ਕੀ ਬਿਆਨੀਆਂ ਲਵੇਗਾ, ਕਿਵੇਂ ਤਸ਼ਕੀਲ ਕੀਤਾ ਜਾਵੇਗਾ, ਉਹ ਇਹਦੇ ਤੇ ਡਿਪੈਂਡ ਕਰਦਾ ਹੈ ਕਿ ਉਹਨਾਂ ਸੁਰਖੀਆਂ ਤੋਂ ਬਿਨਾਂ ਜਿਹੜੀਆਂ ਅਖਬਾਰਾਂ ਵਿੱਚ ਛਪਦੀਆਂ ਨੇ ਤੇ ਸਾਡੇ ਤੁਹਾਡੇ ਵਰਗੇ ਪ੍ਰੋਗਰਾਮਾਂ ਵਿੱਚ ਨੁਮਾਇਆ ਹੁੰਦੀਆਂ ਨੇ, ਉਸ ਤੋਂ ਬਿਨਾਂ ਜਿਹੜਾ ਬਾਕੀ ਦਾ ਅਣਕਿਆ ਹੁੰਦਾ ਉਸ ਨੂੰ ਕਿਵੇਂ ਪੜਿਆ ਜਾਵੇ, ਉਹ ਕਿੱਥੇ ਵੱਡੀਆਂ ਵੱਡੀਆਂ ਸੁਰਖੀਆਂ ਵਿੱਚ ਛਪੇ। UAPA ਦੇ ਉੱਤੇ ਸੁਖਪਾਲ ਸਿੰਘ ਖਹਿਰਾ ਇੱਕ ਆਵਾਜ਼ ਉਠਾਉਂਦੇ ਨੇ, ਦੇਸ਼ ਦੇ ਵਿੱਚ ਇੱਕ ਬਿਆਨੀਆ ਬਣਦਾ। ਕਿੱਥੇ ਹੈ ਪੰਜਾਬ ਦੇ ਵਿੱਚ 92/117 ਨੰਬਰਾਂ ਵਾਲੀ ਚੁਣੀ ਇਸ ਸਰਕਾਰ ਦੇ ਵਿੱਚੋਂ UAPA ਦੇ ਉੱਤੇ ਇਹਦਾ ਬਿਆਨੀਆ ਕੀ ਹੈ? ਸਾਰਾ IPC 150 ਸਾਲਾਂ ਬਾਅਦ 1861 ਦਾ 60 ਦਾ ਹੁਣ ਬਦਲਣ ਜਾ ਰਹੀ ਹੈ ਸਰਕਾਰੇ ਹਿੰਦ, ਤੇ ਉਸ ਦੇ ਵਿੱਚ ਆ ਸਾਰਾ ਸਾਡਾ ਵਕੀਲਾਂ ਦਾ ਭਾਈਚਾਰਾ ਹੜਤਾਲ ਤੇ ਹੈ ਕਿ ਇੱਕ ਵਕੀਲ ਦੇ ਉੱਤੇ ਪੁਲਿਸ ਦੀ ਕਸਟਡੀ ਦੇ ਵਿੱਚ ਕਿਵੇਂ ਟੌਰਚਰ ਕੀਤਾ ਗਿਆ। ਤੁਹਾਨੂੰ ਪਤਾ ਹੈ ਕਿ ਨਵੇਂ ਬਦਲੇ ਹੋਏ IPC ਦੇ ਵਿੱਚ ਪੁਲਿਸ ਕਿੰਨੀ ਦੇਰ ਤੱਕ ਕਿਸੇ ਵਿਅਕਤੀ ਨੂੰ ਪੁਲਿਸ ਕਸਟਡੀ ਵਿੱਚ ਰੱਖ ਸਕਦੀ ਹੈ? ਇਹ ਪਹਿਲਾਂ ਮੈਕਸਿਮਮ 14 ਦਿਨ ਤੱਕ ਸੀ। ਇਹਦੇ ਵਿੱਚ ਜੇ ਤੁਸੀਂ ਇਹੋ ਜਿਹੀ ਧਾਰਾ ਵਿੱਚ ਫੜੇ ਗਏ ਹੋ ਜਿਹਦੇ ਵਿੱਚ 10 ਸਾਲ ਤੋਂ ਜ਼ਿਆਦਾ ਦੀ ਕੱਲ ਨੂੰ ਕੈਦ ਹੋ ਸਕਦੀ ਹੈ, ਜੇ ਕੇਸ ਸਾਬਤ ਹੋ ਜਾਵੇ ਤਾਂ ਪੁਲਿਸ ਤੁਹਾਨੂੰ 90 ਦਿਨਾਂ ਤੱਕ ਆਪਣੀ ਕਸਟਡੀ ਵਿੱਚ ਰੱਖ ਸਕਦੀ ਹੈ। ਜੇ 10 ਸਾਲਾਂ ਤੋਂ ਘੱਟ ਵਾਲਾ ਕੇਸ ਹੋਵੇ ਤਾਂ 60 ਦਿਨਾਂ ਤੱਕ ਤੁਸੀਂ ਪੁਲਿਸ ਦੀ ਕਸਟਡੀ ਵਿੱਚ ਰਹਿ ਸਕਦੇ ਹੋ। 3 ਮਹੀਨੇ ਪੁਲਿਸ ਕਸਟਡੀ ਵਿੱਚ ਰੱਖਣ ਦਾ ਬੰਦੋਬਸਤ ਨਵੀਂ ਸਰਕਾਰੇ ਹਿੰਦ ਉਹਦੇ ਬਾਰੇ ਪਾਰਲੀਮੈਂਟ ਵਿੱਚ ਸਾਹਮਣੇ ਤਜਵੀਜ਼ ਰੱਖ ਚੁੱਕੀ ਹੋਵੇ ਤੇ ਆਪਣੇ ਆਪ ਨੂੰ ਮੋਦੀ ਸਰਕਾਰ ਦਾ ਬਦਲ ਦੱਸਦੇ ਅਰਵਿੰਦ ਕੇਜਰੀਵਾਲ ਉਹਦੇ ਤੇ ਮੂੰਹ ਨਾ ਖੋਲਣ। ਇਹ ਜਿੰਨੇ ਮੁੱਦੇ ਤਮਾਮ ਉੱਠੇ ਨੇ ਫੈਡਰਲਿਜ਼ਮ ਦੇ, ਜਿਹੜੇ ਹਮੀਰ ਜੀ ਨੇ ਉਠਾਏ ਨੇ, ਇਹਦੇ ਵਿੱਚ ਕੇਜਰੀਵਾਲ ਦਾ ਫੈਡਰਲਿਜ਼ਮ ਦਿੱਲੀ ਦੇ ਲੈਫਟੀਨੈਂਟ ਗਵਰਨਰ ਵੱਲੋਂ ਉਹਨਾਂ ਨੂੰ ਕੰਮ ਕਰਨ ਲਈ ਦਿੱਤੀ ਜਾਂਦੀ ਜਗ੍ਹਾ ਦੇ ਮਾਮਲੇ ਉੱਤੇ ਖਤਮ ਹੋ ਜਾਂਦਾ ਹੈ ਤੇ ਪੰਜਾਬ ਵਿੱਚ ਭਗਵੰਤ ਮਾਨ ਜੀ ਦਾ ਫੈਡਰਲਿਜ਼ਮ ਰਾਜ ਭਵਨ ਦੀਆਂ ਬਰੂਹਾਂ ਤੇ ਜਾ ਕੇ ਖਤਮ ਹੋ ਜਾਂਦਾ, ਬਸ਼ਰਤੇ ਗਵਰਨਰ ਉਹਨਾਂ ਨੂੰ ਮੌਕਾ ਬੇਮੌਕਾ ਬਾਮੌਕਾ ਚਿੱਠੀ ਨਾ ਲਿਖਿਆ ਕਰੇ ਤੇ ਉਹਨਾਂ ਦੀ ਲੱਤ ਨਾ ਖਿੱਚਿਆ ਕਰੇ। ਇਹਨਾਂ ਦਾ ਫੈਡਰਲਿਜ਼ਮ ਇਸ ਕਦਰ ਮਹਿਦੂਦ ਹੈ। ਪਰ ਸਾਡੀ ਡੈਮੋਕ੍ਰੇਸੀ ਦੇ ਵਿੱਚ ਇੱਕ ਹੋਰ ਬਹੁਤ ਖਤਰਨਾਕ ਡਿਬੇਟ ਸਾਹਮਣੇ ਉਖੜ ਕੇ ਆ ਰਿਹਾ, ਉਹ ਇਹ ਹੈ ਕਿ ਜਿਸ ਵੇਲੇ ਤੁਸੀਂ ਬਹੁਤ ਵੱਡਾ ਫਤਵਾ ਲੈ ਕੇ ਆਉਂਦੇ ਹੋ, ਪ੍ਰੋਫੈਸਰ ਸੇਖੋਂ ਨੇ ਗੱਲ ਕੀਤੀ ਕਿ ਇਹ ਫਤਵਾ ਕਿਸ ਕਿਸਮ ਦਾ ਬਿਆਨੀਆ ਬਣਾ ਕੇ ਲਿਆ ਜਾਂਦਾ। ਤੁਸੀਂ ਕਿਹਾ ਅਬੋਹਰ ਤੋਂ ਲੈ ਕੇ ਫਲਾਂ ਪੰਜਾਬ ਦੀ ਦੂਸਰੀ ਸਰਹੱਦ ਤੱਕ ਇਹ ਇੱਕੋ ਜਿਹਾ ਫਤਵਾ ਲੋਕਾਂ ਨੇ ਧਾ ਕੇ ਵੋਟਾਂ ਪਾਈਆਂ ਨੇ। ਪੋਪੂਲਰ ਵਿਲ ਤੇ ਡੈਮੋਕ੍ਰੈਟਿਕ ਨੋਰਮਸ ਜਦੋਂ ਆਪਸ ਵਿੱਚ ਟਕਰਾਉਣਗੇ ਤਾਂ ਉਹਦੇ ਵਿੱਚੋਂ ਮੋਦੀ ਵਾਲੀ ਸੋਚ ਵਾਲਾ ਰਜੀਮ ਹੀ ਨਿਕਲੇਗਾ, ਕਿਉਂਕਿ ਮੈਂ 3 ਤੋਂ 3 ਸੀਟਾਂ ਨਾਲ ਚੁਣਿਆ ਹੋਇਆ ਨੇਤਾ ਹਾਂ, ਇਸ ਲਈ ਜੋ ਮੈਂ ਕਹਿ ਰਿਹਾ ਹਾਂ ਉਹ ਪਰਮ ਸੱਚ ਹੈ, ਬਾਕੀ ਸਭ ਝੂਠ ਹੈ। ਤੇ ਫਿਰ ਜੋ ਮੈਂ, ਕਿਉਂਕਿ ਮੈਂ 92 ਸੀਟਾਂ ਲੈ ਕੇ ਆ ਗਿਆ ਹਾਂ ਤੇ ਮੈਂ ਸਰਵ ਪ੍ਰਵਾਨਿਤ ਨੇਤਾ ਹਾਂ, ਹੁਣ ਮੇਰੀ ਗੱਲ ਨੂੰ ਕਿਸੇ ਕਿਸਮ ਨਾਲ ਕੱਟਿਆ ਨਹੀਂ ਜਾ ਸਕਦਾ ਤੇ ਉਹ ਭੀੜ ਉਹਦੇ ਪਿੱਛੇ ਲੱਗ ਜਾਂਦੀ ਹੈ। ਇਹ ਵਰਤਾਰਾ ਟਰਕੀ ਤੋਂ ਲੈ ਕੇ ਅਮਰੀਕਾ ਤੋਂ ਲੈ ਕੇ ਚਾਰੇ ਪਾਸੇ ਤਾਰੀ ਹੋ ਰਿਹਾ। ਸਾਡੀ ਅੱਜ ਦੇ ਦੁਨੀਆ ਦੇ ਵਿੱਚ ਲਿਬਰਲ ਡੈਮੋਕ੍ਰੇਸੀਜ਼ ਲਈ ਸਭ ਤੋਂ ਵੱਡਾ ਕੰਪੀਟੀਸ਼ਨ ਦਰਅਸਲ ਪੋਪੂਲਰ ਵਿਲ ਦੀ ਉਸ ਨੁਮਾਇੰਦਗੀ ਵਿੱਚੋਂ ਆ ਰਿਹਾ ਜਿਹੜੀ ਬੈਲਟ ਬਾਕਸ ਵਿੱਚੋਂ ਆ ਰਹੀ ਹੈ। ਇਹ ਅਜਬ ਵਰਤਾਰਾ ਹੈ ਜਿੱਥੇ ਡੈਮੋਕ੍ਰੇਸੀ ਟੂ ਡੈਸਪੋਟਿਜ਼ਮ, ਲੋਕਤੰਤਰ ਤੋਂ ਤਾਨਾਸ਼ਾਹੀ ਵੱਲ ਦਾ ਸਫ਼ਰ ਵੋਟਾਂ ਵਾਲੇ ਡੱਬੇ ਦੇ ਵਿੱਚੋਂ ਹੋ ਕੇ ਗੁਜ਼ਰ ਰਿਹਾ ਹੈ। ਸਾਨੂੰ ਇਹਦੇ ਬਾਰੇ ਬਹੁਤ ਸਤਰਕ ਹੋ ਜਾਣਾ ਚਾਹੀਦਾ ਹੈ। ਇਸ ਕਰਕੇ ਜਦੋਂ ਸਤਰਕ ਹੋਵਾਂਗੇ ਤੇ ਫਿਰ ਇਹ ਉਮੀਦ ਰੱਖਾਂਗੇ ਕਿ ਜਿਸ ਵੇਲੇ ਨਰਿੰਦਰ ਮੋਦੀ ਸਾਊਦੀ ਅਰੇਬੀਆ ਦੇ ਮੁਹੰਮਦ ਬਿਨ ਸਲਮਾਨ ਨੂੰ ਘੁੱਟ ਕੇ ਜੱਫੀ ਪਾਉਂਦੇ ਨੇ ਤੇ ਅਰਵਿੰਦ ਕੇਜਰੀਵਾਲ ਉਹਨਾਂ ਦੇ ਕੰਨ ਵਿੱਚ ਪੁੱਛ ਲਵੇ ਕਿ ਪ੍ਰਧਾਨ ਮੰਤਰੀ ਜੀ ਇਹ ਉਹੀ ਨੇ ਨਾ ਜਿਨ੍ਹਾਂ ਨੇ ਅਮਰੀਕਾ ਦੇ ਪੱਤਰਕਾਰ ਤੇ ਮੇਰੇ ਬਰਾਦਰੀ ਸਾਥੀ ਜਮਾਲ ਖਸ਼ੋਗੀ ਨੂੰ ਟਰਕੀ ਦੇ ਵਿੱਚ ਆਪਣੀ ਅੰਬੈਸੀ ਵਿੱਚ ਬੁਲਾ ਕੇ ਤੇ ਅੰਦਰ ਆਰਿਆਂ ਦੇ ਨਾਲ ਉਹਨਾਂ ਦਾ ਕਤਲ ਕਰਕੇ ਉਹਨਾਂ ਦੇ ਇੰਚ ਦੇ ਟੁਕੜੇ ਕੱਟ ਕੇ ਉਹਨਾਂ ਦੇ ਸਾਰੇ ਮਾਸ ਨੂੰ ਤੇਜ਼ਾਬਾਂ ਵਿੱਚ ਸਵਾਹ ਕਰਕੇ ਉਹਨਾਂ ਦੀਆਂ ਹੱਡੀਆਂ ਨੂੰ ਪੀਸ ਕੇ ਟਾਇਲਟ ਦੇ ਵਿੱਚੋਂ ਬਾਹਰ ਕੱਢਿਆ। ਸਾਰੇ CCTV ਦੀ ਨੁਮਾਇਆ ਦਿੱਖ ਦੇ ਥੱਲੇ ਜਿੱਥੇ ਬੰਦਾ ਅੰਦਰ ਗਿਆ ਤੇ ਅੱਜ ਤੱਕ ਉਹਦਾ ਸੁਰਾਗ ਮਾਤਰ DNA ਮਾਤਰ ਵੀ ਬਾਹਰ ਨਹੀਂ ਆ ਸਕਿਆ। ਤੇ ਇਹਦੇ ਲਈ ਉਹ ਮੁਹੰਮਦ ਬਿਨ ਸਲਮਾਨ ਜ਼ਾਹਰਾ ਤੌਰ ਦੇ ਉੱਤੇ ਦੁਨੀਆ ਦੀ ਅਦਾਲਤ ਵਿੱਚ ਦੋਸ਼ੀ ਪਾਇਆ ਗਿਆ ਤੇ ਮੇਰਾ ਪ੍ਰਧਾਨ ਮੰਤਰੀ ਉਸ ਨੂੰ ਜੱਫੀ ਵਿੱਚ ਪਾ ਰਿਹਾ ਤੇ ਹਿੰਦ ਤੋਂ ਲੈ ਕੇ ਸਾਊਦੀ ਅਰੇਬੀਆ ਤੱਕ ਇੱਕ ਕੋਰੀਡੋਰ ਬਣ ਰਿਹਾ ਤੇ ਡੈਮੋਕ੍ਰੇਸੀ ਦੇ ਸਵਾਲ ਸਾਡੀ ਆਪੋਜੀਸ਼ਨ ਵੀ ਖੜਾ ਨਹੀਂ ਕਰ ਪਾਈ।
ਇਸ ਵੇਲੇ ਅਕਾਲੀ ਦਲ ਆਪੋਜੀਸ਼ਨ ਦੇ ਵਿੱਚ ਹੈ। ਅਕਾਲੀ ਦਲ ਪੰਜਾਬ ਦੇ ਵਿੱਚ ਇੱਕ ਨੁਮਾਇਆ ਜਮਾਤ ਹੈ, ਉਹਦੀ ਇਲੈਕਟੋਰਲ ਪਰਫਾਰਮੈਂਸ ਕਿਸੇ ਵੀ ਕਿਸਮ ਦੀ ਹੋਵੇ, ਉਹ ਇੱਕ ਲੁਬਰੀਕੇਟਿਡ ਆਰਗੇਨਾਈਜ਼ਡ ਪੋਲੀਟੀਕਲ ਪਾਰਟੀ ਹੈ ਜਿਹਦੀ ਇੱਕ ਲੰਬੀ ਚੌੜੀ ਲਿਗੇਸੀ ਹੈ। ਜਿਸ ਵੇਲੇ ਡੈਮੋਕ੍ਰੇਸੀ ਦੇ ਉੱਤੇ ਇਸ ਕਿਸਮ ਦੇ ਸਵਾਲ ਆ ਰਹੇ ਨੇ, ਇੱਕ ਦੂਸਰੀ ਵਿਰੋਧੀ ਪਾਰਟੀ ਦਾ ਲੀਡਰ ਇਸ ਕਿਸਮ ਦੇ ਨਾਲ ਅਰੈਸਟ ਕੀਤਾ ਜਾ ਰਿਹਾ ਹੈ, ਤਾਂ ਅਕਾਲੀ ਦਲ ਆਪਣਾ ਰੋਲ ਕਿਸ ਕਿਸਮ ਨਾਲ ਨਿਭਾਉਂਦਾ? ਕੀ ਉਹ ਕੇਵਲ ਉਸ ਬਿਆਨਬਾਜ਼ੀ ਤੱਕ, ਤੇ ਜਿਵੇਂ ਜੀ ਤੁਸੀਂ ਸਾਡਾ ਵਿਕਰਮ ਮਜੀਠੀਆ ਫੜਿਆ, ਦੇਖੋ ਉਸੇ ਤਰੀਕੇ ਨਾਲ ਤੁਸੀਂ ਇਹਨਾਂ ਨੂੰ ਫੜ ਲਓ ਤਾਂ ਸਰਕਾਰਾਂ ਤੰਗ ਕਰ ਰਹੀਆਂ ਨੇ, ਬਸ ਇਸੇ ਨੈਰੇਟਿਵ ਤੱਕ ਉਹਦੇ ਤੋਂ ਫਾਇਦਾ ਲੈਣ ਤੱਕ ਰਹਿੰਦਾ ਹੈ, ਜਾਂ ਉਹ ਡੈਮੋਕ੍ਰੇਸੀ ਦੇ ਵਡੇਰੇ ਸਵਾਲਾਂ ਨੂੰ ਉਠਾ ਕੇ ਇਸੇ ਲੋਕ ਸੱਥ ਦੇ ਵਿੱਚ ਆਪਣੇ ਆਪ ਨੂੰ ਸੁਰਖਰੂ ਕੀਤਾ ਜਿੱਥੇ ਲੰਬੇ ਸਮੇਂ ਤੋਂ ਉਹਨੂੰ ਆਪਣੀ ਕ੍ਰੈਡੀਬਿਲਿਟੀ ਦੀ ਤਲਾਸ਼ ਹੈ। ਇਸ ਕਿਸਮ ਦੇ ਮੌਕੇ ਜਿਸ ਵੇਲੇ ਡੈਮੋਕ੍ਰੇਸੀ ਦੇ ਵਿੱਚ ਸਾਹਮਣੇ ਆਉਂਦੇ ਨੇ, ਇਹ ਸਾਰੀਆਂ ਪੋਲੀਟੀਕਲ ਪਾਰਟੀਆਂ ਦਾ ਟੈਸਟ ਹੁੰਦਾ ਹੈ। ਜੇ ਕੇਵਲ ਤੇ ਕੇਵਲ ਆਮ ਆਦਮੀ ਪਾਰਟੀ ਦੀ ਨੁਮਾਇੰਦਗੀ ਇਸੇ ਇੱਕ ਭਗਵੰਤ ਮਾਨ ਦੀ ਜ਼ੁਬਾਨ ਦੇ ਵਿੱਚੋਂ ਹੋਣੀ ਹੈ, ਅਤੇ ਜੇ ਉਹ ਕੇਵਲ ਭਗਵੰਤ ਮਾਨ ਦੀ ਜ਼ੁਬਾਨ ਦੇ ਵਿੱਚੋਂ ਹੋਣੀ ਹੈ, ਜੇ ਪਾਰਟੀ ਦੇ ਬਾਕੀ ਦੇ ਸਾਰੇ 92 ਦੀ ਸੋਚ ਰਿਡਕਟਿਵ ਹੋ ਕੇ ਇਸੇ ਇੱਕ ਵਿਅਕਤੀ ਦੇ ਬਿਆਨੀਏ ਵਿੱਚ ਆ ਜਾਣੀ ਹੈ, ਤਾਂ ਫਿਰ ਅਸੀਂ ਕੀ ਸਮਝੀਏ ਕਿ ਅਸੀਂ 92 ਚੁਣੇ ਸਨ ਜਾਂ ਇੱਕ ਭਗਵੰਤ ਮਾਨ ਚੁਣਿਆ ਸੀ ਤੇ ਬਾਕੀ 91 ਉਸ ਦੀਆਂ ਫੋਟੋਸਟੇਟ ਕਾਪੀਆਂ ਚੁਣੀਆਂ ਸਨ। ਸਾਡੇ ਐਮਐਲਏਸ ਨੂੰ, ਸਾਡੇ ਚੁਣੇ ਹੋਏ ਰਿਪਰੈਜ਼ੈਂਟੇਟਿਵ ਨੂੰ, ਜਿਹੜੇ 117 ਅੰਦਰ ਨੇ, ਜਿਹੜੇ 117 ਨੂੰ ਉਹ ਹਰਾ ਕੇ ਆਏ ਨੇ, ਪੋਲੀਟੀਕਲ ਪਾਰਟੀਆਂ ਨੂੰ ਇਹ ਸਾਹਮਣੇ ਲਿਆਉਣਾ ਪਏਗਾ ਕਿ ਪੰਜਾਬ ਦੇ ਵਿੱਚ ਪੋਲੀਟੀਕਲੀ ਜ਼ਰਖੇਜ਼ ਬਹਿਸ ਕਿਵੇਂ ਸਾਹਮਣੇ ਲਿਆਂਦੀ ਜਾਵੇ, ਲੋਕਾਂ ਦੀ, ਕਮਿਊਨਿਟੀ ਦੀ, ਮਾਸਿਸ ਦੀ ਪੋਲੀਟੀਕਲ ਐਜੂਕੇਸ਼ਨ ਕਿਵੇਂ ਕੀਤੀ ਜਾਵੇ, ਇਹ ਰਾਜਨੀਤਿਕ ਸਾਖਰਤਾ ਕਿਵੇਂ ਆਏਗੀ ਜਿਹਨੇ ਉਹਨਾਂ ਡਿਬੇਟਾਂ ਨੂੰ ਬਰੀਕ ਕਰਨਾ ਹੈ, ਕੰਪਲਿਕੇਟ ਕਰਨਾ ਹੈ, ਤਾਂ ਕਿ ਜਿਸ ਵੇਲੇ ਮੇਰੇ ਬੱਚੇ ਆਪਣੇ ਯੂਨੀਵਰਸਿਟੀਆਂ ਦੇ ਵਿੱਚ, ਕਾਲਜਿਸ ਦੇ ਵਿੱਚ, ਨੌਜਵਾਨ ਆਪਣੀਆਂ ਇਲੈਕਸ਼ਨਾਂ ਲੜ ਰਹੇ ਹੋਣ ਤਾਂ ਉਹ ਡਿਬੇਟ ਕਰ ਰਹੇ ਹੋਣ ਕਿ ਸਾਡੀ ਰਾਜਨੀਤੀ ਕਿੱਥੇ ਹੈ, ਨਾ ਕਿ ਆਪਣੇ ਡਿਬੇਟਾਂ ਨੂੰ ਇੱਕ ਹਜੂਮ ਖੜਾ ਹੋ ਕੇ ਵਿਦਿਆਰਥੀਆਂ ਦਾ ਤੇ ਇੱਕ ਪ੍ਰੋਫੈਸਰ ਨੂੰ ਕੁੱਟ ਕੇ ਉਹਦੇ ਫੈਸਲੇ ਕਰ ਰਿਹਾ ਹੋਵੇ। ਜਿਵੇਂ ਦੀ ਰਾਜਨੀਤੀ ਉੱਪਰ ਹੋ ਰਹੀ ਹੈ, ਉਹੋ ਜੀ ਕੈਂਪਸਿਸ ਵਿੱਚ ਹੋ ਰਹੀ ਹੈ, ਉਹੋ ਜੀ ਫੇਸਬੁੱਕ ਦੇ ਉੱਤੇ ਹੋ ਰਹੀ ਹੈ, ਤੇ ਉਹੀ ਗਲੀਆਂ ਦੇ ਵਿੱਚ ਉਤਰ ਆਵੇਗੀ। ਇਹ ਪੰਜਾਬ ਲਈ ਕੋਈ ਖੁਸ਼ਾਇਨ ਗੱਲ ਨਹੀਂ ਹੈ, ਬਹੁਤ ਚਿੰਤਾ ਦੀ ਘੜੀ ਹੈ। ਜੀ ਪ੍ਰੋਫੈਸਰ ਸੇਖੋਂ ਸਾਹਿਬ, ਵੈਸੇ ਤਾਂ ਤੁਸੀਂ ਆਜ਼ਾਦ ਹੋ, ਤੁਸੀਂ ਟਿੱਪਣੀ ਕਰੋਗੇ ਸਾਰਾ ਜਿੰਨੀ ਹੁਣ ਤੱਕ ਗੱਲਬਾਤ ਹੋ ਗਈ ਹੈ, ਪਰ ਇੱਕ ਸਰਦਾਰ ਹਮੀਰ ਸਿੰਘ ਹੋਰਾਂ ਦਾ ਔਰ ਐਸਪੀ ਸਿੰਘ ਜੀ ਦਾ ਸਵਾਲ ਸੀਗਾ ਜਿਹੜਾ ਸੀ ਕਿ ਸਾਡੇ ਇੰਟੈਲੈਕਚੁਅਲਸ ਕਿਤੇ ਸਿਰ ਜੋੜ ਕੇ ਬੈਠਣ, ਏਜੰਡਾ ਤਰਤੀਬ ਹੋਵੇ। ਮੈਂ ਜਦੋਂ ਇਸ ਪ੍ਰੋਗਰਾਮ ਲਈ ਮੈਂ ਤੇ ਸਰਦਾਰ ਹਮੀਰ ਸਿੰਘ ਜੀ ਆਪਸ ਵਿੱਚ ਗੱਲ ਕਰ ਰਹੇ ਸੀ ਪਰਦੇ ਦੇ ਪਿੱਛੇ, ਤਾਂ ਅਸੀਂ ਕੋਸ਼ਿਸ਼ ਕਰ ਰਹੇ ਸੀ ਕਿ ਜੇ ਬੰਦਿਆਂ ਦੀ ਲਿਸਟ ਬਣਾਉਣੀ ਹੋਵੇ ਪੰਜਾਬ ਦੇ ਵਿੱਚ ਜਿਹੜੇ ਨਿਰਪੱਖ ਹੋਣ ਔਰ ਜਿਹੜੇ ਕਿਸੇ ਧਿਰ ਵੱਲ ਅਲਾਰੂ ਨਾ ਹੋਣ, ਜਾਂ ਇਹਨਾਂ ਮੁੱਦਿਆਂ ਦੇ ਉੱਤੇ ਖੁੱਲ੍ਹ ਕੇ ਗੱਲ ਕਰਨ ਤੋਂ ਝਿਜਕਦੇ ਨਾ ਹੋਣ, ਤਾਂ ਯਕੀਨ ਮੰਨਿਓ ਸਾਡੇ ਸਾਹਮਣੇ ਉਦੋਂ ਹੀ ਸੰਕਟ ਖੜਾ ਹੋ ਗਿਆ ਸੀ। ਪੰਜਾਬ ਦੇ ਵਿੱਚ ਇਹ ਵੀ ਸੰਕਟ ਹੈ ਕਿ ਇੱਥੋਂ ਹੁਣ ਉਸ ਤਰ੍ਹਾਂ ਦਾ ਇੰਟੈਲੈਕਟ ਉਹ ਜਾਂ ਤਾਂ ਪਲਾਇਨ ਕਰ ਚੁੱਕਿਆ, ਹਿਜਰਤ ਕਰ ਗਿਆ, ਸਾਨੂੰ ਪੰਜਾਬ ਦੇ ਵਿੱਚ ਉਸ ਹਾਣ ਦੇ ਜਰਨਲਿਸਟ ਨਹੀਂ ਮਿਲ ਰਹੇ ਔਰ ਸਾਨੂੰ ਉਸ ਤਰ੍ਹਾਂ ਦੇ ਵਿਦਵਾਨ ਲੋਕ ਨਹੀਂ ਮਿਲ ਰਹੇ। ਯੂਨੀਵਰਸਿਟੀਜ਼ ਦੇ ਵਿੱਚ ਜਿਹੜੇ ਪ੍ਰੋਫੈਸਰ ਬੈਠੇ ਆ, ਅਸੀਂ ਜਦੋਂ ਉਹਨਾਂ ਨੂੰ ਬੁਲਾਉਂਦੇ ਆ ਤਾਂ ਉਦੋਂ ਵੀ ਮੁਸ਼ਕਲ ਆ ਜਾਂਦੀ ਆ, ਗੱਲ ਕਿੱਥੋਂ ਤੁਰੀ, ਗੱਲ ਕਿੱਥੇ ਪਹੁੰਚੀ, ਕੰਕਰੀਟ ਕੁਝ ਨਿਕਲਿਆ ਕਿ ਨਹੀਂ। ਇਹ ਸੰਕਟ ਪੰਜਾਬ ਝੇਲ ਰਿਹਾ, ਇਹ ਚੱਲ ਰਿਹਾ ਸੰਕਟ। ਦੇਖੋ, ਇਹ ਸਮਾਜਿਕ ਵਰਤਾਰਾ ਹੈ। ਜੇ ਸਮਾਜ 'ਚ ਸੰਕਟ ਆ ਤੇ ਜਿਹੜੇ ਪ੍ਰੋਫੈਸਰ ਆ ਜਾਂ ਤੁਸੀਂ ਕਹਿੰਦੇ ਇੰਟੈਲੈਕਚੁਅਲ ਜਾਂ ਮੇਰੇ ਵਰਗੇ ਸੋ ਕਾਲਜ ਜਿਹਨਾਂ ਨੂੰ ਕਹਿ ਦਿੰਦੇ ਆ, ਉਹ ਵੀ ਤਾਂ ਉੱਥੋਂ ਹੀ ਆਉਂਦੇ ਆ, ਇਹ ਬਾਹਰੋਂ ਤਾਂ ਨਹੀਂ ਆਉਂਦੇ। ਸਾਡਾ ਸੰਕਟ ਸਮਾਜਿਕ ਸੰਕਟ ਆ, ਸਾਡਾ ਸੰਕਟ ਢਾਂਚਾਗਤ ਸੰਕਟ ਹੈ। ਸਾਡਾ ਜਿਹੜਾ ਸਾਰਾ ਥੱਲੜੇ ਪਾਸੇ ਪਿਛਲੇ, ਖਾਸ ਕਰਕੇ ਮੈਂ ਕਹੂੰਗਾ ਵੀ ਹੋਰ 50 ਸਾਲ ਲੈ ਲਈਏ, ਪਿੱਛੇ ਲੈ ਲਈਏ, ਜਿਉਂ ਤੋਂ ਇਹ ਸਾਰਾ ਸ਼ੁਰੂ ਹੋਇਆ ਸੀ ਪੰਜਾਬ ਦਾ, ਇਹਦੀ ਤਰਾਸਦੀ ਸ਼ੁਰੂ ਹੁੰਦੀ ਆ, ਔਰ ਜਿਸ ਤਰੀਕੇ ਦੇ ਨਾਲ ਉਸ ਸਮੇਂ ਦੇ ਵਿੱਚ ਸਾਰਾ ਵਰਤਾਰਾ ਹੋਇਆ, ਜਾਂ ਉਸ ਤੋਂ ਬਾਅਦ 30 ਸਾਲ ਜੇ ਨਾਰਮਲ ਕਿਹਾ ਜਾਵੇ, ਤੇ ਜਿਹੜੀਆਂ ਰਾਜਨੀਤਿਕ ਧਿਰਾਂ ਸੀਗੀਆਂ ਉਹਨਾਂ ਦੀ ਜ਼ਿੰਮੇਵਾਰੀ ਬਣਦੀ ਹੈ। ਮੈਂ ਅੱਜ ਇਹ ਦਾਅਵੇ ਨਾਲ ਕਹਿਣਾ ਚਾਹੁੰਦਾ ਕਿ ਜਦੋਂ ਇਹ ਡੈਮੋਕ੍ਰੈਟਿਕ ਸਿਸਟਮ ਦੇ ਵਿੱਚ, ਪ੍ਰੋਸੈਸ ਦੇ ਵਿੱਚ ਜਦੋਂ ਅਸੀਂ ਆਪਣਾ ਜਿਹੜਾ ਹੈਗਾ ਸਰਕਾਰਾਂ ਚੁਣਦੇ ਹਾਂ, ਇਹ ਠੀਕ ਉਹਨਾਂ ਦੀ ਜ਼ਿੰਮੇਵਾਰੀ ਬਣਦੀ ਆ ਕਿ ਉਹ ਮੈਨੀਫੈਸਟੋ ਵੀ ਲੈ ਕੇ ਆਉਂਦੀ ਆ, ਉਹ ਏਜੰਡਾ ਵੀ ਸਾਰਾ ਪਤਾ ਹੁੰਦਾ। ਇਹ ਗੱਲ ਠੀਕ ਹੈਗੀ ਆ ਕਿ ਤਾੜੀ 2 ਹੱਥਾਂ ਨਾਲ ਵੱਜਦੀ ਆ। ਕੰਮ ਕਰਾਉਣ ਲਈ 2 ਤਰੀਕੇ ਹੁੰਦੇ ਆ, ਜਾਂ ਤਾਂ ਉੱਪਰਲੇ ਬਹੁਤ ਜ਼ਿਆਦਾ ਦਿਆਨਤਦਾਰ ਹੋ ਜਾਣ ਜਿਨ੍ਹਾਂ ਨੂੰ ਅਸੀਂ ਚੁਣ ਕੇ ਭੇਜਦੇ ਹਾਂ, ਜਿਹੜੇ ਸਰਕਾਰਾਂ ਬਣਾਉਂਦੇ ਆ, ਜਾਂ ਥੱਲੇਲਾ ਡੰਡਾ ਜਿਹੜਾ ਹੈਗਾ ਵਾ ਉਹ ਬਹੁਤ ਤਗੜਾ ਹੋਵੇ। ਜਿਹੜੀ ਗੱਲ ਸਰਦਾਰ ਹਰਬੀਰ ਸਿੰਘ ਉਹਨਾਂ ਨੇ, ਐਸਪੀ ਸਿੰਘ ਉਹਨਾਂ ਨੇ ਕੀਤੀ ਆ, ਪੰਜਾਬ ਦੇ ਵਿੱਚ ਦੋਨੋਂ ਚੀਜ਼ਾਂ ਮਿਸਿੰਗ ਆ। ਤੁਸੀਂ ਦੇਖੋ ਕਿ ਪੰਜਾਬ ਦੀ ਤਰਾਸਦੀ ਦੇਖੋ ਕਿ 1983 ਦੇ ਵਿੱਚ ਪੰਜਾਬ ਦੀਆਂ ਯੂਨੀਵਰਸਿਟੀ ਕਾਲਜਸ ਦੇ ਵਿੱਚ ਲਾਸਟ ਇਲੈਕਸ਼ਨ ਹੋਈ ਸੀਗੀ। ਉਸ ਤੋਂ ਬਾਅਦ ਅਜੇ ਕਿਸੇ ਵੀ ਪੰਜਾਬ ਦੀ ਯੂਨੀਵਰਸਿਟੀ ਦੇ ਵਿੱਚ ਜਾਂ ਕਾਲਜ ਦੇ ਵਿੱਚ ਕੋਈ ਇਸ ਕਿਸਮ ਦੀ ਪੋਲੀਟੀਕਲ ਐਕਟੀਵਿਟੀ ਜਾਂ ਇਲੈਕਸ਼ਨਸ ਹੈ ਹੀ ਨਹੀਂ, ਜਦੋਂ ਕਿ ਸਾਡੀਆਂ ਗੰਦੀਆਂ ਮੰਦੀਆਂ ਇਲੈਕਸ਼ਨਾਂ ਹੋਰਨਾਂ ਸਾਰੇ ਪਾਸਿਆਂ ਵੱਲ ਹੋ ਰਿਹਾ। ਕਿਸੇ ਪੋਲੀਟੀਕਲ ਪਾਰਟੀ ਦਾ ਏਜੰਡਾ ਨਹੀਂ ਰਿਹਾ,
ਕਿਸੇ ਜਿਹੜੀਆਂ ਹੋਰ ਇਸ ਤਰੀ ਵੌਇਸ ਤਕੜੀ ਨਹੀਂ ਆਈ, ਆ ਤਾਂ ਥੋੜਾ ਪਿਛਲੇ ਸਮੇਂ ਥੋੜੀ ਬਹੁਤੀ ਜਿਹੜੀਆਂ ਹੈਗੀਆਂ ਖਿਲਰੀਆਂ ਪੁਲਰੀਆਂ ਦੀਆਂ ਜਿਹੜੀਆਂ ਆਵਾਜ਼ਾਂ ਉੱਠਦੀਆਂ ਵਾ। ਸੋ ਵੈਕਿਊਮ ਬਹੁਤ ਵੱਡਾ ਹੈ, ਔਰ ਉਹ ਵੈਕਿਊਮ ਨੇ ਜਿਹੜਾ ਸਾਡਾ ਸਾਰੀ ਤਹਿਸ ਨਹਿਸ ਕਰੀ ਆ, ਸਾਡਾ ਸਮਾਜਿਕ ਤੰਤਰ ਤਬਾਹ ਕੀਤਾ, ਸਾਡੀ ਵਿਦਿਆ ਤਬਾਹ ਕੀਤੀ। ਤੁਸੀਂ ਦੇਖੋ 2011 ਦੇ ਵਿੱਚ ਪੰਜਾਬ ਦੇ ਵਿੱਚ ਚੌਥਾ ਹਿੱਸਾ ਜਿਹੜੇ ਸੀਗੇ ਸਾਡੇ ਲੋਕ ਅਨਪੜ੍ਹ ਸੀਗੇ। ਇੱਕ ਸਰਵੇ ਦੇ ਵਿੱਚ ਦੇਸ਼ ਦੇ ਜਿਹੜੇ 18 ਖੇਤੀ ਕਰਨ ਵਾਲੇ ਕਿਸਾਨ ਹੈਗੇ ਆ, ਸਭ ਤੋਂ ਵੱਧ ਅਨਪੜ੍ਹ ਕਿਸਾਨਾਂ ਦੀ ਗਿਣਤੀ ਜਿਹੜੀ ਸੀਗੀ ਇਹ 1/3 ਤੋਂ ਜ਼ਿਆਦਾ ਉਹ ਪੰਜਾਬ ਦੇ ਵਿੱਚ ਸੀਗੀ। ਤੋ ਇਸ ਕਰਕੇ ਜਿਹੜਾ ਬੇਸ ਹੈ, ਜਿਹੜਾ ਢਾਂਚਾ ਹੈ, ਜਿਹੜਾ ਪਰਿਵਾਰਕ ਵਿਵਸਥਾ ਹੈਗੀ ਆ, ਜਿਹਨੇ ਅਲਟੀਮੇਟਲੀ ਹੌਲੀ ਹੌਲੀ ਮੈਨੂੰ ਕੀ ਤੈਨੂੰ ਕੀ ਤੇ ਸਾਨੂੰ ਕੀ ਵਾਲੀ ਵਿਵਸਥਾ ਪੈਦਾ ਕੀਤੀ ਹੈ, ਇਹ ਸਾਰਾ ਜਿਹੜਾ ਵੈਕਿਊਮ ਉਹਦੇ ਵਿੱਚੋਂ ਆਇਆ। ਔਰ ਉਸ ਵੈਕਿਊਮ ਚੋਂ ਰਾਜਨੀਤੀ ਨਿਕਲਦੀ ਆ, ਉਸ ਵੈਕਿਊਮ ਦੇ ਵਿੱਚੋਂ ਲੋਕਾਂ ਦਾ ਰਾਜਨੀਤਿਕ ਵਿਵਹਾਰ ਨਿਕਲਦਾ ਹੈ। ਮਿਸਿੰਗ ਬਹੁਤ ਜ਼ਿਆਦਾ ਹੈ ਉਹ ਲੜੀ, ਜਿਹੜੀ ਖਾਸ ਕਰਕੇ ਜਿਹੜੀ ਭਾਵੇਂ ਕਿ ਕਿਉਂਕਿ ਬਹੁਤ ਵੱਡਾ ਤਾਂ ਨਹੀਂ ਸੀ ਜਿਹੜਾ ਥੀਏਟਰ ਦਾ ਰੋਲ ਸੀਗਾ, ਸਿਵਲ ਸੁਸਾਇਟੀ ਦਾ ਰੋਲ ਇੱਥੇ ਹੈ ਹੀ ਨਹੀਂ ਸੀਗਾ। ਕਿਉਂ ਹੋ ਸਕਦਾ ਕਿ ਜਿੱਦਾਂ ਦਾ ਸਾਡਾ ਐਗਰੀਰੀਅਨ ਸਿਸਟਮ ਆ, ਸਟਰਕਚਰ ਵਾ, ਜਾਤ ਪਾਤ ਵਾ, ਧਰਮ ਵਾਲੀ ਰਾਜਨੀਤੀ ਰਹੀ ਆ, ਕਿ ਬਹੁਤੇ ਜਿਹੜੇ ਕ੍ਰਾਸ ਸੈਕਸ਼ਨਲ ਜਿਹੜੇ ਗਰੁੱਪ ਸੀ ਉਹ ਬਹੁਤੇ ਨੇੜੇ ਨਹੀਂ ਆ ਸਕੇ। ਪਰ ਕਿਸੇ ਸਮੇਂ ਦੇ ਵਿੱਚ ਸਟੂਡੈਂਟ ਮੂਵਮੈਂਟ ਬਹੁਤ ਤਗੜੀ ਸੀ, ਕਿਸੇ ਸਮੇਂ ਦੇ ਵਿੱਚ ਜਿਹੜੇ ਕਿਸਾਨ ਵੀ 70s ਤੱਕ ਜਾਂ 80s ਤੱਕ ਬਹੁਤ ਤਕੜੀ ਜਥੇਬੰਦੀ ਹੁੰਦੀ ਸੀ। ਪਰ ਜਿਹੜਾ ਉਸ ਸਮੇਂ ਦੇ ਹਾਲਾਤ ਪੈਦਾ ਕੀਤੇ ਆ, ਹੁਣ ਅਸੀਂ ਉਸ ਮੋੜ ਤੇ ਖੜੇ ਹੋਏ ਆ, ਅਗਲੇ ਪਾਸੇ ਖੂਆ ਮਗਰਲੇ ਪਾਸੇ ਖਾਈ ਆ। ਇਹਦੇ ਵਿੱਚੋਂ ਕੁਝ ਨਾ ਕੁਝ ਕੱਢਣਾ ਪਊਗਾ। ਜਿਹੜਾ ਸਰਦਾਰ ਹਮੀਤ ਸਿੰਘ ਉਹਨਾਂ ਨੇ ਗੱਲ ਕੀਤੀ ਆ ਕਿ ਉਹ ਵੈਕਿਊਮ ਨੂੰ ਕਿੱਦਾਂ ਫਿਲ ਕਰਨਾ, ਉਹਦੇ ਵਿੱਚੋਂ ਜਿਹੜੇ ਢਾਂਚਾਗਤ ਸਮੱਸਿਆ, ਜਿੱਦਾਂ ਹੁਣ ਪ੍ਰਵਾਸ ਬਹੁਤ ਵੱਡੀ ਸਮੱਸਿਆ ਹੈ, ਡਰੱਗ ਹੋਪਲੈਸਨੈਸ ਦੇ ਵਿੱਚੋਂ ਨਿਕਲਦੀ ਆ, ਇੰਪਲਾਇਮੈਂਟ ਨਹੀਂ ਹੈਗੀ, ਜਿਹੜੀ ਇੰਡਸਟਰੀ ਇੱਥੇ ਹੋਣੀ ਚਾਹੀਦੀ ਉਹ ਇੰਡਸਟਰੀ ਇੱਥੇ ਨਹੀਂ ਹੈਗੀ, ਜਿਸ ਕਿਸਮ ਦਾ ਇਸ ਏਜੰਡਾ ਚਾਹੀਦਾ ਸੀ ਉਹ ਏਜੰਡਾ ਨਹੀਂ ਬਣਿਆ ਪਿਛਲੇ ਸਮੇਂ। ਹੁਣ ਅਸੀਂ ਉਸ ਮੋੜ ਤੇ ਖੜੇ ਆ। ਵੱਡੇ ਕੰਮ ਸਰਕਾਰਾਂ ਨੇ ਕਰਨੇ ਹੁੰਦੇ ਆ, ਲੋਕਾਂ ਨੂੰ ਨਾਲ ਲੈ ਕੇ ਚੱਲਣਾ ਹੁੰਦਾ। ਪਿਛਲੀਆਂ ਚੋਣਾਂ ਦੀ ਆਪਾਂ ਗੱਲ ਕਰਦੇ ਆ ਕਿ ਜੇ ਲੋਕਾਂ ਨੇ ਪਾਈ ਸੀ ਤੇ ਕਿਹਾ ਨਾ ਕਿਹਾ, ਉਹਨਾਂ ਦੀ ਇਹੀ ਆਸ ਸੀ ਕਿ ਜਿਹੜੇ ਸਾਡੇ ਮੁੱਦੇ ਹੈਗੇ, ਕਿਸਾਨੀ ਦਾ ਕਿੱਡਾ ਵੱਡਾ ਮੁੱਦਾ ਹੈਗਾ ਵਾ, ਜਾਂ ਹੋਰ ਵਿਦਿਆਰਥੀਆਂ ਦਾ ਕਿੱਡਾ ਵੱਡਾ ਮੁੱਦਾ, ਪ੍ਰਵਾਸ ਦੀ ਕਿੱਡੀ ਵੱਡੀ ਜਿਹੜੀ ਹੈਗੀ ਸਮੱਸਿਆ ਚੱਲਦੀ ਆ। ਅੱਜ ਤੱਕ ਅਸੀਂ ਸੁਜੈਸਟ ਵੀ ਕੀਤਾ ਸੀ ਪ੍ਰਵਾਸ ਦਾ ਬੋਰਡ ਬਣਾਓ, ਘੱਟੋ ਘੱਟ ਉਹਦਾ ਪਤਾ ਲੱਗੇ, ਉਹਦੇ ਟੈਕਨੀਕਲ ਰੀਜ਼ਨਸ ਲੱਭ ਕੇ, ਐਕਸਪਰਟਸ ਤੁਹਾਡੇ ਕੋਲ ਹੈਗੇ ਆ। ਹੋਰ ਪਾਣੀ ਦੇ ਮੁੱਦੇ ਦੀਆਂ ਗੱਲਾਂ ਹੈਗੀਆਂ। ਹੁਣ ਤਾਂ ਲਾ ਐਂਡ ਆਰਡਰ ਵੀ ਬਹੁਤ ਵੱਡੀ ਸਮੱਸਿਆ ਬਣ ਰਹੀ ਆ, ਔਰ ਇੱਕ ਨਵੀਂ ਸਮੱਸਿਆ ਜਿਹੜੀ ਹੁਣ ਤੁਹਾਡੇ ਸਾਹਮਣੇ ਇਮਰਜ ਹੋ ਰਹੀ ਆ, ਜਿਹੜੀ ਖਾਸ ਕਰਕੇ ਆ ਨਿੱਜਰ ਦੀ ਕਿਲਿੰਗ ਤੋਂ ਬਾਅਦ ਸਾਰੇ ਦਾ ਸਾਰਾ ਧਿਆਨ ਸਰਕਾਰਾਂ ਦਾ ਉਸ ਪਾਸੇ ਵੱਲੋਂ ਡਿਵਰਟ ਕਰਨ ਦਾ ਬਹੁਤ ਵੱਡਾ ਮੌਕਾ ਮਿਲ ਜਾਂਦਾ। ਸੋ ਮੇਰਾ ਕਹਿਣ ਤੋਂ ਭਾਵ ਹੈਗਾ ਕਿ ਜਿਹੜਾ ਪ੍ਰੈਸ਼ਰ ਫਰਮ ਦਾ ਬਿਲੋ ਆ ਇੱਕੇ ਦਿਨ ਬਿਲਡ ਨਹੀਂ ਹੋਣਾ। ਇਹ ਠੀਕ ਹੈ ਕਿਸਾਨਾਂ ਨੇ ਸ਼ੁਰੂ ਕੀਤਾ, ਪਰ ਕਿਸਾਨ ਖੁਦ ਵੀ ਵਰਟੀਕਲ ਹੌਰੀਜ਼ੌਂਟਲ ਡਿਵਾਈਡਡ ਹੈਗੀ ਆ। ਉਹ ਇੱਕ ਪੁਆਇੰਟ ਦੇ ਉੱਤੇ ਆਣ ਕੇ ਉਹ ਫੋਰਸ ਬਣੇ ਸੀਗੇ, ਪਰ ਉਸ ਤੋਂ ਬਾਅਦ ਫਿਰ ਉਹ ਪਿਛਲੇ ਪਾਸੇ ਲਾ ਗਏ। ਲੋੜ ਜ਼ਰੂਰ ਹੈਗੀ ਆ ਕਿ ਪਰ ਕੋਈ ਨਾ ਕੋਈ ਵਿਅਕਤੀ ਜਦੋਂ ਆਈਕਨ ਦੇ ਤੌਰ ਤੇ ਨਿਕਲਦਾ, ਇਹ ਠੀਕ ਆ ਐਕਸਪੈਰੀਮੈਂਟ ਕਰਨਾ। ਜੇ 10 ਮਾੜੇ ਨਿਕਲੇ ਆ, ਜੇ ਇੱਕ ਵੀ ਕੋਈ ਪੰਜਾਬ ਹਿਤੈਸ਼ੀ ਨਿਕਲ ਆਇਆ, ਜਾਂ ਇੱਕ ਵੀ ਦਿਲ ਦੇ ਵਿੱਚ ਕੋਈ ਦਰਦ ਹੋਈ, ਤੇ ਉਹ ਲੋਕਾਂ ਨੂੰ ਨਾਲ ਲੈ ਕੇ ਚੱਲਣ ਦੀ ਕੈਪੈਸਿਟੀ ਹੋਣੀ ਚਾਹੀਦੀ ਆ। ਉਹ ਆਰਟੀਕੂਲੇਟ ਹੋਵੇ, ਲੋਕੀ ਤੁਰਨ ਨੂੰ ਤਿਆਰ ਹੈ। ਭਗਵੰਤ ਸਿੰਘ ਦੀ ਗੱਲ ਕੀਤੀ, ਆਪਣੇ ਮਾਨ ਸਾਹਿਬ ਦੀ ਗੱਲ ਕੀਤੀ ਆ। ਮੈਨੂੰ ਲੱਗਦਾ ਕਿ ਕਿਸੇ ਵੀ ਲੈਵਲ ਤੇ ਉਹ ਨਹੀਂ ਚਾਹੁੰਦੇ ਕਿ ਜਿਹੜੇ ਲੋਕ ਉਹਨਾਂ ਨੇ ਸਾਡੀਆਂ ਯੂਨੀਵਰਸਿਟੀਆਂ ਐਗਰੀਕਲਚਰ ਦੇ ਵਿੱਚ ਹੋਰ ਪਾਸਿਆ ਲੋਕ ਬੈਠੇ ਆ, ਕਿ ਕੋਈ ਇਦਾਂ ਦਾ ਪੰਜਾਬ ਸੈਂਟਰ, ਕੋਈ ਇਦਾਂ ਦਾ ਐਡਵਾਈਜ਼ਰੀ ਬੋਰਡ ਬਣ ਜਾਵੇ ਜਿਹੜਾ ਉਹਨਾਂ ਨੂੰ ਮੁੱਦਿਆਂ ਬਾਰੇ ਅਗਾਹ ਵੀ ਕਰੇ, ਔਰ ਜਿਹੜਾ ਮੁੱਦਿਆਂ ਦਾ ਹੱਲ ਹੋ ਜੇ। ਪੰਜਾਬ ਇਹ ਆਸ ਰੱਖ ਕੇ ਅਸੀਂ ਚੱਲਦੇ ਹਾਂ ਕਿ ਪੰਜਾਬ ਦੀ ਕੈਪੈਸਿਟੀ ਕਿਸੇ ਵੀ ਸਮੇਂ ਤੇ ਬਾਉਂਸ ਬੈਕ ਕਰਨ ਦੀ ਹੈਗੀ ਆ। ਉਹ ਬਾਉਂਸ ਬੈਕ ਕਿਸ ਪਾਸੇ ਨੂੰ ਕਰਦਾ ਵਾ, ਇਹ ਖਾਸ ਕਰਕੇ ਜਿਹੜੀਆਂ ਸਰਕਾਰਾਂ ਹੁੰਦੀਆਂ ਜ਼ਿਆਦਾ ਉਹਨਾਂ ਦੀ ਜ਼ਿੰਮੇਵਾਰੀ ਹੁੰਦੀ ਆ। ਬਾਕੀ ਠੀਕ ਆ ਕਿ ਆਰਗੇਨਾਈਜੇਸ਼ਨ, ਸੰਸਥਾਵਾਂ ਜਾਂ ਲੋਕ ਜਿਹੜੇ ਹੈਗੇ ਉਹ ਤਾਂ ਆਪਣਾ ਰੋਲ ਪਲੇ ਕਰਦੇ ਆ। ਤੋ ਇਸ ਕਰਕੇ ਇਹ ਸਾਰਿਆਂ ਦੀ ਜ਼ਿੰਮੇਵਾਰੀ ਹੈਗੀ ਆ, ਜ਼ਿਆਦੀ ਜ਼ਿੰਮੇਵਾਰੀ ਸਰਕਾਰ ਦੀ ਜ਼ਿੰਮੇਵਾਰੀ ਆ। ਪ੍ਰੈਸ਼ਰ ਥੱਲਿਓਂ ਬਿਲਡ ਕਰਨਾ ਬਹੁਤ ਜ਼ਰੂਰੀ ਆ, ਔਰ ਉਹ ਪ੍ਰੈਸ਼ਰ ਜਿਹੜਾ ਹੈਗਾ ਵਾ ਰਲ ਮਿਲ ਕੇ ਕੀਤਾ ਜਾ ਸਕਦਾ ਵਾ। ਉਹ ਜੇ ਰਲ ਮਿਲ ਦੀ ਇਹ ਪ੍ਰਥਾ ਬਣ ਜਾਵੇ, ਸਾਡੀ ਕੋਈ ਬਹੁਤੀ ਪ੍ਰਥਾ ਹੈ ਨਹੀਂ ਕਿ ਰਲ ਮਿਲ ਕੇ ਚੱਲਣ ਦੀ, ਜੇ ਉਸ ਕਿਸਮ ਦਾ ਕੋਈ ਚਾਰਾ ਹੋ ਜਾਵੇ ਤੇ ਫਿਰ ਕੋਈ ਨਾ ਕੋਈ ਵੇ ਆਊਟ ਜਿਹੜਾ ਵਾ ਇਹਦੇ ਵਿੱਚੋਂ ਕੱਢਿਆ ਜਾ ਸਕਦਾ। ਸਰਦਾਰ ਐਸਪੀ ਸਿੰਘ ਜੀ ਕਹਿਣਾ ਚਾਹੁੰਦੇ ਕੁਝ ਜੀ? ਮੈਂ ਸਿਰਫ ਇੰਨੀ ਅਰਜ਼ ਕਰਨਾ ਚਾਹ ਰਿਹਾ ਕਿ ਪਿਛਲੇ 50 ਮਿੰਟ ਤੋਂ ਅਸੀਂ ਜਿਸ ਘਟਨਾਕ੍ਰਮ ਦੇ ਉੱਤੇ ਗੱਲ ਕਰ ਰਹੇ ਹਾਂ, ਸਿਰਫ ਸੋਚ ਕੇ ਦੇਖੋ ਕਿ ਜੇ ਅੱਜ ਇਹ ਨਾ ਹੋਇਆ ਹੁੰਦਾ ਤਾਂ ਅੱਜ ਇੱਕ ਤਾਂ ਉਹ ਸੁਭਾਗਾ ਦਿਨ ਹੈ ਜਿਸ ਦਿਨ ਸ਼ਹੀਦ ਭਗਤ ਸਿੰਘ ਜੀ ਦਾ ਜਨਮ ਦਿਨ ਹੈ, ਤੇ ਇੱਕ ਅੱਜ ਦੇ ਦਿਨ MS ਸਵਾਮੀਨਾਥਨ ਹਰੀ ਰੁਖਸਤਗੀ ਪਾ ਗਏ ਨੇ, ਸਾਥੋਂ ਵਿਛੜ ਗਏ ਨੇ। ਅਸੀਂ ਇਹ ਪਿਛਲੇ 50 ਮਿੰਟ ਸ਼ਹੀਦ ਭਗਤ ਸਿੰਘ ਦੇ ਉਸ ਸੁਪਨੇ ਤੋਂ ਲੈ ਕੇ ਤੇ MSP ਲਈ ਲੜਦੇ ਕਿਸਾਨਾਂ ਤੱਕ ਦੇ ਆਪਣੇ ਸਫ਼ਰ ਦੇ ਬਾਰੇ ਕਿਸ ਕਿਸਮ ਦੀ ਗੱਲਬਾਤ ਕਰ ਰਹੇ ਹੁੰਦੇ, ਸਾਡੀ ਉਹ ਵਾਰਤਾਲਾਪ ਕਿਸ ਤਰ੍ਹਾਂ ਦੀ ਹੁੰਦੀ, ਤੇ ਉਹ ਕਿਵੇਂ ਸਾਡੇ ਕੋਲ ਉਹਦੇ ਵਿੱਚੋਂ ਸਿੱਖਣ ਲਈ ਕਿੰਨਾ ਕੁਝ ਹੁੰਦਾ। ਜਿਸ ਵੇਲੇ ਕੋਈ ਮੁੱਖ ਮੰਤਰੀ ਇਹ ਫੈਸਲਾ ਕਰਦਾ ਹੈ ਕਿ ਕਿਸ ਦਿਨ ਅਰੈਸਟ ਕੀਤਾ ਜਾਵੇਗਾ ਸੁਖਪਾਲ ਸਿੰਘ ਖਹਿਰਾ ਨੂੰ, ਤਾਂ ਕੀ ਉਹ ਇਹ ਫੈਸਲਾ ਨਹੀਂ ਸੀ ਕਰ ਸਕਦਾ ਕਿ ਇਹ ਦਿਨ ਛੱਡ ਦਿੰਦੇ ਆ, ਕਿਉਂਕਿ ਪੰਜਾਬ ਦੇ ਵਿੱਚ ਇੱਕ ਵੱਡਾ ਡਿਬੇਟ ਆਪਣੇ ਉਸ ਅਤੀਤ ਦੇ ਸੁਪਨੇ ਤੋਂ ਲੈ ਕੇ ਅੱਜ ਤੱਕ ਦੇ ਸਫ਼ਰ ਦਾ ਹੋ ਰਿਹਾ ਹੋਵੇਗਾ ਤੇ ਪੰਜਾਬ ਉਹਦੇ ਵਿੱਚ ਮੁਤਲਾ ਹੋਵੇਗਾ
ਤੇ ਸੁਖਪਾਲ ਸਿੰਘ ਖਹਿਰਾ ਕਿਧਰੇ ਭੱਜ ਨਹੀਂ ਰਿਹਾ, ਉਸ ਨੂੰ ਕੱਲ ਨੂੰ ਵੀ ਅਰੈਸਟ ਕੀਤਾ ਜਾ ਸਕਦਾ ਹੈ, ਨੋਟਿਸ ਦਿੱਤਾ ਜਾ ਸਕਦਾ ਹੈ, ਦੁਪਹਿਰ ਨੂੰ ਬੁਲਾਇਆ ਜਾ ਸਕਦਾ ਹੈ, ਉਸ ਦੇ ਵਕੀਲ ਨੂੰ ਨੋਟਿਸ ਦਿੱਤਾ ਜਾ ਸਕਦਾ ਹੈ। ਇਹ ਇੱਕ ਬਹੁਤ ਸਾਰੇ ਜਿਨ੍ਹਾਂ ਡਿਬੇਟਾਂ ਦਾ ਅੱਜ ਸਵੇਰੇ 5 ਵਜੇ ਤੋਂ ਲੈ ਕੇ ਇਸ ਦਿਨ ਦੇ ਵਿੱਚ ਕਤਲ ਕੀਤਾ ਗਿਆ ਹੈ, ਜਦੋਂ ਅਸੀਂ ਉਹਨਾਂ ਸੁਰਖੀਆਂ ਨੂੰ ਸਮਝਣ ਦੀ ਕੁਵਤ ਪਾ ਲਵਾਂਗੇ ਤੇ ਫਿਰ ਜਾਣਾਂਗੇ ਕਿ MS ਸਵਾਮੀਨਾਥਨ ਬਾਰੇ, MSP ਮੰਗਦੇ ਡਿਬੇਟਾਂ ਬਾਰੇ, ਉਹਨਾਂ ਦੀ ਅੰਦਰਲੀ ਗੁਰਬਤ ਬਾਰੇ ਕਿ ਕਿਵੇਂ ਮੇਰਾ ਕਿਸਾਨ ਬੜੀ ਰੈਜ਼ੀਡੂਅਲ ਜਿਹੀ ਬੈਨੀਫਿਟ ਲਈ ਇੱਕ ਲੰਬੀ ਲੜਾਈ ਲੜ ਰਿਹਾ, ਜਿਹਦੇ ਤੇ ਦਿੱਲੀ ਦੀਆਂ ਬਰੂਹਾਂ ਦੇ ਉੱਤੇ ਜਾ ਕੇ ਉਹ ਸਾਲ ਭਰ ਤੋਂ ਉੱਤੇ ਬੈਠਾ ਰਿਹਾ। ਤਾਂ ਫਿਰ ਅਸੀਂ ਉਹਨਾਂ ਹਾਸਲ ਦੀ ਗੱਲ ਕਰਦੇ, ਉਸ ਕਿਸਾਨ ਅੰਦੋਲਨ ਦੇ ਵਿੱਚੋਂ ਨਿਕਲੇ ਹੋਏ ਹਾਸਲ ਦੀ ਗੱਲ ਕਰਦੇ, ਭਗਤ ਸਿੰਘ ਦੀ ਫਿਲਾਸਫੀ ਦੇ ਨਾਲ, ਉਹਨਾਂ ਦੀ ਲੜਾਈ ਦੇ ਨਾਲ, ਉਸ ਸਟਰਗਲ ਦੀ ਲਗਾਤਾਰਤਾ ਦੀ ਗੱਲ ਕਰਦੇ। ਪਰ ਅੱਜ ਸਾਨੂੰ ਰਿਡਿਊਸ ਕਰ ਦਿੱਤਾ ਹੈ ਇਸ ਸਰਕਾਰ ਦੀ ਕਾਰਕਰਦਗੀ ਨੇ ਕਿ 50 ਮਿੰਟ ਅਸੀਂ ਇੱਕ ਇਸ ਕਿਸਮ ਦੇ ਪੁਲਸੀਆ ਕਾਰੇ ਨੂੰ ਡਿਸਕਸ ਕਰ ਰਹੇ ਹਾਂ। This is how debates are killed. This is how discussions die. ਇਹ ਡੈਮੋਕ੍ਰੇਸੀ ਦਾ ਵਰਤਾਰਾ ਸਾਡਾ ਬਹੁਤ ਅਫਸੋਸਨਾਕ। ਸਰਦਾਰ ਹਰਮੀਤ ਸਿੰਘ ਜੀ, ਹੁਣ ਸਿਰਫ 1 ਮਿੰਟ 'ਚ ਇਹਨੂੰ ਖਤਮ ਕਰਨ ਲੱਗਿਆ, ਜੇ ਇਸ ਗੱਲ ਨੂੰ ਤੁਸੀਂ ਅੱਗੇ ਵਧਾ ਦਿਓ ਕਿ ਜੇ ਦਿਨ ਚੁਣਿਆ ਹੀ ਇਸ ਕਰਕੇ ਗਿਆ ਹੋਵੇ, SP ਸਿੰਘ ਹੋਰਾਂ ਦੀ ਜਿਹੜੀ ਆਪਣੀ ਗੱਲ ਹੈ ਕਿ ਜੇ ਇਸ ਦਿਨ ਸ਼ਹੀਦ ਭਗਤ ਸਿੰਘ ਦੇ ਸੁਪਨੇ ਦੇ ਨਾਲ ਜੋੜ ਕੇ ਸਰਕਾਰ ਦੀ ਕਾਰਗੁਜ਼ਾਰੀ ਤੇ ਡਿਬੇਟ ਹੋਣ ਲੱਗ ਪੈਂਦੀ, ਉਹਦੀ ਬਜਾਏ ਅੱਜ ਸ਼ਹੀਦ ਭਗਤ ਸਿੰਘ ਦਾ ਜ਼ਿਕਰ ਹੀ ਨਾ ਹੋਵੇ ਸਿਵਾਏ ਭਗਵੰਤ ਮਾਨ ਸਾਹਿਬ ਦੀ ਸਪੀਚ ਤੋਂ, ਤੇ ਬਾਕੀ ਸਾਰਾ ਜ਼ਿਕਰ ਸੁਖਪਾਲ ਸਿੰਘ ਖਹਿਰਾ ਦੁਆਲੇ ਕੇਂਦਰਿਤ ਹੋ ਜੇ, ਤੇ ਕਿੰਨਾ ਆਸਾਨ ਹੁੰਦਾ ਨਿਕਲ ਕੇ ਆਸਾਨੀ ਨਾਲ ਖਟਕੜ ਕਲਾਂ ਤੋਂ ਸੰਗਰੂਰ ਦੇ ਵਿੱਚ ਸ਼ਾਮ ਨੂੰ ਮਨਮੋਹਨ ਵਾਰਸ ਨੂੰ ਸੁਣਨਾ ਸ਼ਹੀਦਾਂ ਦੇ ਨਾਂ ਉਸ ਸ਼ਾਮ ਦੇ ਵਿੱਚ। ਮੈਨੂੰ ਲੱਗਦਾ ਸਭ ਤੋਂ ਸੌਖਾ ਤਰੀਕਾ ਚੁਣਿਆ ਗਿਆ। ਵੈਸੇ SP ਸਿੰਘ ਹੋਰਾਂ ਦੀ ਗੱਲ ਜਿਹੜੀ ਆ, ਗੱਲ ਉੱਥੇ ਹੀ ਆਣ ਕੇ ਖੜੀ ਜੀ। ਆਖਰੀ, ਮੈਨੂੰ ਨਹੀਂ ਲੱਗਦਾ ਕਿ ਇੰਨਾ ਸੋਚ ਸਮਝ ਕੇ ਸਰਕਾਰ ਚੱਲਣ ਵਾਲੀ ਹੈ। ਕਈ ਵਾਰ ਇਤਫਾਕ ਹੋ ਜਾਂਦਾ ਕਿਸੇ ਨਾ ਕਿਸੇ ਤਰੀਕੇ ਨਾਲ ਵੀ ਇੰਨਾ ਦਿਮਾਗ ਲੜਾਇਆ ਹੋਊਗਾ, ਪਤਾ ਨਹੀਂ ਕੀ ਹੋ ਜਾਏਗਾ। ਪਰ ਭਗਤ ਸਿੰਘ ਦੇ ਮਾਮਲੇ 'ਚ ਤਾਂ ਜਨਤਕ ਇਕੱਠ ਹੋ ਰਹੇ ਨੇ, ਲਗਾਤਾਰ ਸੈਂਕੜੇ ਪਿੰਡਾਂ 'ਚ ਨਾਟਕ ਹੋ ਰਹੇ ਨੇ, ਸੈਂਕੜੇ ਥਾਵਾਂ ਤੇ ਇਕੱਠ ਅੱਜ ਵੀ ਚੱਲ ਰਹੇ ਨੇ। ਉਹ ਅਲੱਗ ਗੱਲ ਹੈ ਕਿ ਉਹ ਮੇਨ ਸਟ੍ਰੀਮ ਮੀਡੀਆ ਤੋਂ ਬਾਹਰ ਰਹਿੰਦੇ ਨੇ ਹਮੇਸ਼ਾ ਹੀ। ਅੱਜ ਵੀ ਲੱਖਾਂ ਬੰਦਾ ਬਾਹਰ ਹੈ, ਚਰਚਾ ਕਰ ਰਿਹਾ ਡਿਬੇਟ ਦੇ ਵਿੱਚ। ਪਰ ਜੇ ਇਸ ਦਾ ਨਾ ਵੀ ਹੁੰਦਾ ਫਿਰ ਵੀ ਮੇਨ ਸਟ੍ਰੀਮ ਮੀਡੀਆ 'ਚ ਇਹਦੇ ਤੇ ਚਰਚਾ ਨਹੀਂ ਸੀ ਹੋਣੀ, ਇਹ ਗੱਲ ਮੰਨ ਲਓ। ਇਹ ਨਹੀਂ ਸੀ ਹੋਣੀ। ਨਾ ਭਗਤ ਸਿੰਘ ਦੀ ਇਹਦੇ ਤੇ ਹੋਣੀ ਸੀ, ਨਾ MSP ਤੇ ਹੋਣੀ ਸੀ। ਇਹ ਨਾਰਮਲੀ ਅਸੀਂ ਇਹਨਾਂ ਮੁੱਦਿਆਂ ਤੇ ਕਿੰਨੀ ਕੁ ਤਵੱਜੋ ਦੇ ਰਹੇ ਉਹਦੇ ਚੋਂ ਨਿਕਲਦੀ ਗੱਲ ਹੈ। ਤੇ ਨਾਰਮਲ ਬੰਦਾ ਜਿਹੜਾ ਪੰਜਾਬ 'ਚ ਬੈਠਾ ਹੋਇਆ ਉਹ ਚਰਚਾ ਅੱਜ ਵੀ ਕਰ ਰਿਹਾ ਹੈ। ਝਾਤ ਮਾਰ ਕੇ ਦੇਖ ਲੈਣਾ ਕਿ ਪੰਜਾਬ ਦੇ ਜੇ ਜ਼ਿਆਦਾ ਨਹੀਂ ਤਾਂ 3000 ਪਿੰਡਾਂ ਦੇ ਵਿੱਚ ਇਸ ਸਮੇਂ ਮੀਟਿੰਗਾਂ, ਨਾਟਕ, ਡਿਫਰੈਂਟ ਟਾਈਪ ਦੀਆਂ ਗੱਲਾਂ ਪਿਛਲੇ 15 ਦਿਨਾਂ ਤੋਂ ਚੱਲ ਰਹੀਆਂ ਨੇ, ਅੱਜ ਤੋਂ ਨਹੀਂ ਚੱਲ ਰਹੀ। ਤੇ ਉਹ ਲੋਕ ਆਟੋਮੈਟਿਕਲੀ ਆਪਣੇ ਆਪਣੇ ਤਰੀਕੇ ਦੇ ਨਾਲ ਗੱਲ ਕਰ ਰਹੇ ਨੇ। ਲੋਕਾਂ ਤੋਂ ਟੁੱਟਿਆ ਮੀਡੀਆ, ਲੋਕਾਂ ਤੋਂ ਟੁੱਟੀ ਲੀਡਰਸ਼ਿਪ, ਤੇ ਉਹ ਸਾਰੀ ਆਪਾਂ ਦਿਖਾਈ ਦੇ ਰਹੀ ਆ ਉਸੇ ਮਾਮਲੇ ਦੇ ਵਿੱਚ। ਸ਼ਾਇਦ ਉਹਨੂੰ ਤਾਲਮੇਲ 'ਚ ਲਿਆਉਣ ਦਾ ਕੁਐਸਚਨ ਲੋੜ ਹੈ। ਬਹੁਤ ਮਿਹਰਬਾਨੀ, ਬਹੁਤ ਧੰਨਵਾਦ, ਸ਼ੁਕਰੀਆ ਜੀ। ਸ਼ੁਕਰੀਆ।